ਸਾਡਾ ਮੁੰਡਾ ਮਰਦਾ ਹੈ ਮੂਸੇ ਵਾਲਾ, ਉਦੋਂ ਸਟੇਟ ਨੂੰ ਇੰਨੀ ਫਿਕਰ ਕਿਉਂ ਨਹੀਂ ਪਈ ਹੈਗੀ? ਨੰਗਲ ਅੰਬੀਆਂ ਸਾਡਾ ਮੁੰਡਾ ਮਰਦਾ, ਉਦੋਂ ਸਟੇਟ ਨੂੰ ਕਿਉਂ ਇੰਨੀ ਫਿਕਰ ਨਹੀਂ ਪਈ? ਅੱਜ ਸੂਰੀ ਦੇ ਮਰਨ ਨਾਲ ਲੋਕਾਂ ਦੇ ਲਾਇਸੈਂਸ ਵੀ ਚੱਕ ਹੋ ਗਏ, ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਵੀ ਹੋ ਗਈਆਂ। ਆਪਣੇ ਬੰਦਿਆਂ ਨੂੰ ਸਟੇਟ ਕਿਵੇਂ ਬਚਾਉਂਦੀ ਆ? ਹੁਣ ਤੱਕ ਸੈਣੀ ਨੂੰ ਕਿਵੇਂ ਬਚਾ ਲਿਆ? ਹੁਣ ਤੱਕ ਹੋਰ ਕਿੰਨੇ KPS ਗਿੱਲ ਨੂੰ ਕਿਵੇਂ ਬਚਾ ਲਿਆ? ਅੰਮ੍ਰਿਤਪਾਲ ਬਾਰੇ ਵੀ ਇਹ ਗੱਲਾਂ ਕਿ ਆਲ ਆਫ ਅ ਸਡਨ ਕਿੱਥੋਂ ਆ ਗਿਆ, ਇੱਕਦਮ ਕਿਵੇਂ ਪੈਰਾਸ਼ੂਟ ਤਰ੍ਹਾਂ ਲੈਂਡ ਹੋ ਗਿਆ, ਏਜੰਸੀਆਂ ਦਾ ਬੰਦਾ ਹੈ। ਅੰਮ੍ਰਿਤਪਾਲ ਵਰਗੇ ਚਿਹਰੇ ਨੂੰ ਬਹੁਤ ਬਚਣ ਦੀ ਲੋੜ ਹੈ। ਮਤਲਬ ਜਿਹੜੇ ਬੰਦੇ ਆ ਕੇ ਸਮਾਜ ਦੇ ਵਿੱਚ ਸਿੱਧੇ ਰੂਪ 'ਚ ਪ੍ਰੈਜ਼ੈਂਟ ਹੋ ਰਹੇ ਹੈ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਸਾਨੂੰ ਪਿੱਛੋਂ ਕੌਣ ਚਲਾ ਰਿਹਾ। ਉਹਨਾਂ ਨੂੰ ਕਿੱਥੇ ਲੋੜ ਪੈ ਗਈ ਵੀ ਬੰਦਾ ਆਪਣਾ ਵੀ ਮਰਵਾ ਦਿੰਦੇ ਆ ਤੇ ਬੇਗਾਨਾ ਵੀ ਮਰਵਾ ਦਿੰਦੇ ਆ। ਇਹ ਵੀ ਸਟੇਟ ਤੇ ਏਜੰਸੀਆਂ ਦਾ ਕੰਮ ਹੈ ਕਿ ਉਹ ਪੈਰਲਲ ਗੈਂਗਸਟਰਵਾਦ ਖੜਾ ਕੀਤਾ ਜਾ ਰਿਹਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਇਰਦ ਗਿਰਦ ਵੀ ਬੜੇ ਲੋਕ CID ਵਾਲੇ ਆਏ ਹੋਣਗੇ, ਗਏ ਹੋਣਗੇ, ਕਿੰਨੇ ਉਹਨਾਂ ਭੇਜੇ ਹੋਣਗੇ, ਕਿੰਨੇ ਉੱਥੋਂ CID ਲੈ ਕੇ ਗਏ ਹੋਣਗੇ। ਉਸ ਨਾਇਕ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਮਤਲਬ ਕਿ ਗੰਧਲਾ ਕਰ ਦਿਓ। ਕੌਮ ਜਿਹਨੂੰ ਸਮਝਦੀ ਹੈ ਕਿ ਸਾਡਾ ਸ਼ਹੀਦ ਆ, ਉਹਨੂੰ ਉਸ ਲੈਵਲ ਦਾ ਕਰ ਦਿਓ ਵੀ ਸਰਕਾਰੀ ਬੰਦਾ ਸੀ, ਬਸ ਬਾਅਦ 'ਚ ਉਹਦੀ ਬਣੀ ਨਹੀਂ ਤੇ ਉਹਨਾਂ ਮਾਰ ਦਿੱਤਾ। ਇੰਦਰਾ ਗਾਂਧੀ ਵਾਲਾ ਐਪੀਸੋਡ ਨਾ ਵੀ ਹੁੰਦਾ ਤੁਹਾਨੂੰ ਲੱਗਦਾ ਫਿਰ ਵੀ ਜੈਨੋਸਾਈਡ ਹੋਣਾ ਸੀ? ਇਹ ਸਟੇਟ ਚਾਹੁੰਦੀ ਸੀ? ਬਿਲਕੁਲ ਚਾਹੁੰਦੀ ਸੀ। ਜਿੱਥੇ ਅਣਖਾਂ ਇੱਜ਼ਤਾਂ ਦੀ ਗੱਲ ਹੈ, ਉੱਥੇ ਸਾਡੇ ਲਈ ਕੋਈ ਅਮਰੀਕਾ, ਕੋਈ ਪਾਕਿਸਤਾਨ ਕੁਛ ਨਹੀਂ ਹੈਗਾ। ਭਾਈ ਜਟਾਣੇ ਦੇ ਪਰਿਵਾਰ ਨੂੰ ਦੁਬਾਰੇ ਕੌਮ ਦੇ ਸਾਹਮਣੇ ਲਿਆ ਕੇ ਖੜਾ ਕਰਤਾ ਤੇ SGP ਨੂੰ ਨੌਕਰੀ ਦੇਣੀ ਪਈ ਤੇ ਉਹਨਾਂ ਦਾ ਅਜਾਇਬ ਘਰ ਦੇ ਵਿੱਚ ਤਸਵੀਰਾਂ ਤੱਕ ਲੱਗ ਗਈਆਂ। ਇਹ ਸਿੱਧੂ ਦੀ ਆਵਾਜ਼ ਸੀ ਜਿਹਨੂੰ ਮਰਨ ਦਿੱਤਾ ਗਿਆ। ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ, ਕਿਵੇਂ ਸਿਸਟਮ ਵਰਕ ਕਰਦਾ ਹੈ? ਹਰ ਰੋਜ਼ ਇਹ ਚਰਚਾ ਹੁੰਦੀ ਹੈ ਕਿ ਫਲਾਨਾ ਬੰਦਾ ਏਜੰਸੀਆਂ ਦਾ ਹੈ, ਫਲਾਨਾ ਬੰਦਾ ਏਜੰਸੀਆਂ ਦਾ ਹੈ। ਇਹ ਏਜੰਸੀਆਂ ਕੀ ਹੁੰਦੀਆਂ, ਕਿਵੇਂ ਕੰਮ ਕਰਦੀਆਂ, ਸਟੇਟ ਵਾਸਤੇ ਕਿੰਨੀਆਂ ਲਾਜ਼ਮੀ ਹੁੰਦੀਆਂ, ਕੀ ਇਕੱਲੇ ਭਾਰਤ 'ਚ ਕੰਮ ਕਰ ਰਹੀਆਂ ਜਾਂ ਬਾਕੀ ਮੁਲਕਾਂ ਦੇ ਵਿੱਚ ਵੀ ਉਨੀਆਂ ਐਕਟਿਵ ਹੁੰਦੀਆਂ? ਤੁਹਾਡੇ ਆਲੇ ਦੁਆਲੇ ਏਜੰਸੀਆਂ ਦੇ ਬੰਦੇ ਹੋ ਸਕਦੇ ਹੈ ਕਿ ਨਹੀਂ? ਇਹ ਬੜੇ ਸਾਰੇ ਸਵਾਲ ਜ਼ਹਿਨ 'ਚ ਆ ਰਹੇ ਹੋਣੇ। ਅੰਮ੍ਰਿਤਪਾਲ ਨੂੰ ਵੀ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਏਜੰਸੀਆਂ ਦਾ ਬੰਦਾ ਹੈ। ਸਾਡੇ ਨਾਲ ਅੱਜ ਬਾਬਾ ਬਖਸ਼ੀਸ਼ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਬਖਸ਼ੀਸ਼ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ। ਮੈਂ ਜਿਵੇਂ ਜ਼ਿਕਰ ਕੀਤਾ ਹੈ, ਏਜੰਸੀਆਂ ਕਿਸ ਸ਼ੈ ਦਾ ਨਾਂ ਹੁੰਦਾ ਹੈ ਜੀ? ਇਹ ਬੜਾ ਮਹੱਤਵਪੂਰਨ ਸਵਾਲ ਆ ਜਿਹੜਾ ਹਰ ਬੰਦੇ ਦੇ ਉੱਤੇ ਅੱਜ ਕੱਲ੍ਹ ਲਾਗੂ ਹੋ ਜਾਂਦਾ ਹੈ ਜਦੋਂ ਵੀ ਕੋਈ ਗੱਲ ਕਰਦਾ ਹੈ। ਆਪਾਂ ਜੇ ਪਿਛਲੇ ਸਮੇਂ ਕਿਸਾਨੀ ਸੰਘਰਸ਼ ਤੋਂ ਲੈ ਲਈਏ ਤਾਂ ਜਦੋਂ ਦੀਪ ਆਇਆ ਤੇ ਉਹਦੇ ਗੱਲ ਸੀਗੀ, ਕੁਛ ਕਹਿੰਦਾ ਸੀ ਸਰਕਾਰ ਦਾ, ਕੁਛ ਕਹਿੰਦੇ ਸੀ ਏਜੰਸੀਆਂ ਦਾ। ਇੱਕ ਤਾਂ ਇਹ ਪਿਛਲੇ ਸੰਘਰਸ਼ ਤੋਂ ਬਾਅਦ ਮਤਲਬ ਕਿ ਸਟੇਟ ਨੇ ਇੱਦਾਂ ਦਾ ਇੱਕ ਮਾਹੌਲ, ਸਟੇਟ ਜਿਹਨੂੰ ਆਪਾਂ ਕਹਿੰਦੇ ਹਾਂ ਸਟੇਟ ਏਜੰਸੀ ਹੁੰਦੀ ਹੈ, ਐਕਚੁਅਲ 'ਚ ਏਜੰਸੀਆਂ ਦਾ ਬਿਊਰੋਕਰੇਸੀ ਦਾ ਜਿਹੜਾ ਸਮੂਹ ਹੁੰਦਾ ਆ ਉਹ ਸਟੇਟ ਨੂੰ ਚਲਾਉਂਦਾ। ਪ੍ਰਧਾਨ ਮੰਤਰੀ, ਮੁੱਖ ਮੰਤਰੀ, ਪਾਰਟੀਆਂ ਸਟੇਟ ਨੂੰ ਨਹੀਂ ਚਲਾਉਂਦੀਆਂ। ਇਹ ਤੇ ਕੰਮ ਕਰਨ ਵਾਲੇ ਅੱਗੇ ਇੱਕ ਸਟੈਂਪਾਂ ਨੇ ਵੀ ਆ ਤੁਸੀਂ ਬੋਲਣਾ ਹੈ, ਇੱਕ ਸਕ੍ਰਿਪਟ ਨੂੰ ਬੋਲਦੇ ਨੇ। ਤੇ ਜਿਹੜੀ ਆਪਾਂ ਗੱਲ ਤੁਸੀਂ ਅਦਰ ਕੰਟਰੀਆਂ ਦੀ ਵੀ ਕੀਤੀ, ਹੋਰ ਮੁਲਕਾਂ ਦੀ ਗੱਲ ਕੀਤੀ ਆ, ਏਜੰਸੀਆਂ ਐਵੇਂ ਹੀ ਕੰਮ ਕਰਦੀਆਂ ਨੇ। ਜਿਵੇਂ ਪਾਕਿਸਤਾਨ 'ਚ ਕਹਿ ਦਿੰਦੇ ISI, ਜਿਵੇਂ ਸਾਡੀਆਂ ਫਿਲਮਾਂ 'ਚ ਵੀ ਆਮ ਹੈ। ਸਾਡੇ ਪੁਲਿਸ ਵੀ ਰੋਜ਼ ਚਰਚਾ ਕਰਦੀ ਹੈ, ਸਾਡਾ ਪੂਰਾ ਪੋਲੀਟੀਕਲ ਸਿਸਟਮ ਵੀ, ਕਿ ISI ਕਰ ਰਹੀ ਹੈ। ਜੇ ਕੋਈ ਅਟੈਕ ਹੋਇਆ ISI ਕਰ ਰਹੀ ਹੈ, ਤਾਂ ਉਹ ਮਤਲਬ ਕਿ ਉਹ ਉੱਥੋਂ ਦੀ ਏਜੰਸੀ ਹੈ, ਸਾਡੀਆਂ ਆਪਣੀਆਂ ਏਜੰਸੀਜ਼ ਨੇ। ਹਾਂਜੀ, ਬਿਲਕੁਲ ਇਸ ਤਰ੍ਹਾਂ ਆ ਵੀ ਜਿਵੇਂ ਹੁਣ ਬਲੋਚਿਸਤਾਨ 'ਚ ਰਾਹ ਕੰਮ ਕਰ ਰਹੀ ਆ, ਮਤਲਬ ਇਹ ਹੁਣ ਸਾਡੇ ਕੋਲ ਕੋਈ ਲਿਖਤੀ ਪ੍ਰਮਾਣ ਤਾਂ ਨਹੀਂ ਹੁੰਦੇ। ਤੁਹਾਨੂੰ ਜਾਂ ਮੈਨੂੰ ਬੁਖਾਰ ਹੋ ਗਿਆ ਤਾਂ ਸਾਰੇ ਟੱਬਰ ਨੂੰ ਪਤਾ ਹੁੰਦਾ ਵੀ ਬੁਖਾਰ ਹੋ ਗਿਆ, ਪਰ ਕਿਹੜਾ ਬੁਖਾਰ ਹੈ ਇਹ ਤਾਂ ਉਹਦੇ ਜਾ ਕੇ ਜਦੋਂ ਤੁਸੀਂ ਲੈਬ 'ਚ ਜਾਂਦੇ ਤੁਹਾਡੇ ਬਲੱਡ ਤੋਂ ਉਦੋਂ ਪਤਾ ਲੱਗਦਾ ਵੀ ਇਹਨੂੰ ਡੇਂਗੂ ਹੋ ਗਿਆ ਜਾਂ ਇਹਨੂੰ ਫਲਾਣਾ ਹੋ ਗਿਆ, ਹੈ ਨਾ। ਪਰ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਬੁਖਾਰ ਹੋ ਗਿਆ ਹੈ। ਹੁਣ ਇਹਨਾਂ ਦੇ ਹਿੱਤ ਹੁੰਦੇ ਨੇ, ਕਿਸੇ ਦਾ ਇੱਥੇ ਕੋਈ ਸੱਕਾ ਨਹੀਂ ਹੈਗਾ, ਕੋਈ ਕਿਸੇ ਮੁਲਕ ਦਾ ਦੂਜਾ ਮੁਲਕ ਸੱਕਾ ਨਹੀਂ ਹੈਗਾ। ਜਦੋਂ ਤੁਹਾਨੂੰ ਕਿਸੇ ਨੇਸ਼ਨ ਨੂੰ ਇਹ ਗੱਲ ਸਮਝ ਆਉਂਦੀ ਵੀ ਮੇਰੇ ਲਈ ਆਹ ਚੰਗਾ ਆ ਤੇ ਮੇਰੇ ਲਈ ਆਹ ਮਾੜਾ ਆ, ਉਹਦੇ ਲਈ ਉਹਦੇ ਹਿੱਤ ਜ਼ਰੂਰੀ ਹੁੰਦੇ ਨੇ। ਏਜੰਸੀਆਂ ਉੱਤੇ ਕੰਮ ਕਰਦੀਆਂ ਨੇ। ਏਜੰਸੀਆਂ ਇਹਦਾ ਨਾਂ ਨਹੀਂ ਵੀ ਸਾਡਾ ਬੰਦਾ ਕੋਈ ਥਾਣੇ ਚਲੇ ਗਿਆ ਤੇ ਉਹ ਕਹਿੰਦੇ ਨੇ ਵੀ ਇਹ ਬੰਦਾ ਏਜੰਸੀਆਂ ਦਾ। ਜਿਹੜੇ ਏਜੰਸੀਆਂ ਦੇ ਬੰਦੇ ਨੇ ਉਹਨਾਂ ਦਾ ਪਤਾ ਤੁਹਾਨੂੰ ਨਹੀਂ ਲੱਗਦਾ। ਉਹਨਾਂ ਦਾ ਪਤਾ ਤਾਂ ਉਦੋਂ ਕਿਤੇ ਜਾ ਕੇ ਲੱਗਦਾ ਵੀ ਯਾਰ ਆਹ ਹੋ ਸਕਦਾ, ਇੰਨੀ ਵੱਡੀ ਜਿਹੜਾ ਬਲੰਡਰ ਕੌਮ 'ਚ ਹੋ ਗਿਆ, ਇਹ ਇੱਦਾਂ ਹੋ ਸਕਦਾ।
ਉਹਦੇ ਤੁਸੀਂ ਲੱਛਣਾਂ ਦੇ ਉੱਤੇ ਗੌਰ ਕਰ ਸਕਦੇ ਹੋ। ਪਰ ਏਜੰਸੀਆਂ ਜਿਹੜੇ ਸਾਡੇ ਵਰਗੇ ਬੰਦੇ ਤੁਰੇ ਫਿਰਦੇ ਨਾ, ਇਹਨਾਂ ਤੇ ਦਾ ਨਹੀਂ ਲਾਉਂਦੀਆਂ। ਏਜੰਸੀਆਂ ਤਾਂ ਉੱਤੇ ਦਾ ਲਾਉਣਗੀਆਂ ਜਿਹਦਾ ਪਤਾ ਹੀ ਨਾ ਲੱਗੇ, ਜਿਹੜਾ ਫੇਸ ਹੀ ਹੈ ਨਹੀਂ। ਜਿਹਦਾ ਫੇਸ ਆ ਉਹਨੂੰ, ਉਹਦੇ ਲਈ ਏਜੰਸੀ ਕਿਵੇਂ ਵਰਕ ਕਰਦੀ ਹੈ, ਗੱਲ ਇੱਥੇ ਆ। ਕਿ ਬੰਦੇ ਜਿਵੇਂ ਕਿਹਾ ਜਾਂਦਾ ਇੱਥੋਂ ਭੇਜੇ ਜਾਂਦੇ ਆ ਬਾਹਰਲੇ ਮੁਲਕਾਂ 'ਚ ਟ੍ਰੇਨ ਕਰਨ ਲਈ, ਟ੍ਰੇਨ ਹੋ ਕੇ ਆਉਂਦੇ ਆ, ਫਿਰ ਉਹ ਟੈਰਰਿਸਟ ਐਕਟੀਵਿਟੀਜ਼ 'ਚ ਪੈਂਦੇ ਆ। ਤੁਸੀਂ ਬਿਲੀਵ ਕਰਦੇ ਹੋ ਕਿ ਉਹ ਟੈਰਰਿਜ਼ਮ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਿ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਟ੍ਰੇਨਡ ਕਰਕੇ ਤੇ ਤੁਸੀਂ ਕੁਛ ਇੱਦਾਂ ਦਾ ਸਿਰਜ ਲਓ। ਐਵੇਂ ਬਹੁਤ ਘੱਟ ਹੁੰਦਾ ਹੈਗਾ ਆ, ਪਰ ਰੇਅਰ ਚਾਂਸ ਹੁੰਦੇ ਨੇ ਵੀ ਕਿਸੇ ਨੂੰ। ਇੱਥੇ ਐਵੇਂ ਹੁੰਦਾ ਆ ਵੀ ਤੁਹਾਡਾ ਔਨ 에ਅਰ ਚੈਨਲ ਹੈ ਤਾਂ ਤੁਸੀਂ ਇੱਕ ਵੱਡੀ ਬਿਲਡਿੰਗ ਤਿਆਰ ਕੀਤੀ, ਇੱਕ ਕੰਧ ਕੀਤੀ ਹੈ ਬਹੁਤ ਵੱਡੀ, ਤਾਂ ਉਸ ਕੰਧ ਤੁਸੀਂ ਆਪਣੇ ਫਾਇਦੇ ਲਈ ਕੀਤੀ ਆ, ਪਰ ਕਈ ਵਾਰੀ ਦੁਸ਼ਮਣ ਨੂੰ ਉਹਦਾ ਵੈਸੇ ਹੀ ਫਾਇਦਾ ਹੋ ਜਾਂਦਾ ਹੈ, ਤਾਂ ਉਹ ਫਿਰ ਦੁਸ਼ਮਣ ਉਸ ਕੰਧ ਨੂੰ ਸਪੋਰਟ ਕਰਦਾ ਹੈ ਵੀ ਇਹ ਡਿੱਗੇ ਨਾ। ਏਜੰਸੀ ਉਹਨੂੰ ਸਪੋਰਟ ਕਰਦੀ ਹੈ। ਮੰਨ ਲਓ ਵੀ ਮੈਂ ਸਿੱਖੀ ਲਈ ਵਰਕ ਕਰ ਰਿਹਾ, ਪਰ ਮੈਂ ਕੁਛ ਗੱਲਾਂ ਗਲਤ ਕਰ ਰਿਹਾ ਤੇ ਮੇਰੇ ਇਰਦ ਗਿਰਦ ਇੱਕ ਮਾਹੌਲ ਤਿਆਰ ਕਰਨਾ ਵੀ ਆਪਾਂ ਨੂੰ ਆਹ ਭਾਈ ਸਾਹਿਬ ਆਪਾਂ ਕਰੀਏ, ਭਾਈ ਸਾਹਿਬ ਆਪਾਂ ਇੱਦਾਂ ਕਰਨਾ ਹੈ। ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕੁਛ ਇੱਦਾਂ ਦਾ ਕਰ ਰਹੇ ਹਾਂ ਜਿਹੜਾ ਸਟੇਟ ਦੇ ਹੱਕ 'ਚ ਜਾ ਰਿਹਾ ਹੈ। ਏਜੰਸੀ ਇਸ ਚੀਜ਼ ਦਾ ਨਾਮ ਹੁੰਦਾ ਹੈ। ਏਜੰਸੀ ਸਾਹਮਣੇ ਨਹੀਂ ਹੈਗੀ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਬੰਦਾ, ਮਿਸਾਲ ਦੇ ਤੌਰ ਤੇ ਕੋਈ ਹਥਿਆਰਬੰਦ ਬੰਦਾ ਜਾਂ ਹਥਿਆਰਾਂ ਦੀ ਗੱਲ ਕਰਨ ਵਾਲਾ ਬੰਦਾ ਜਾਂ ਵਾਇਲੈਂਸ ਦੀ ਐਕਟੀਵਿਟੀ, ਉਹ ਚਾਹੇ ਧਰਮ ਦੇ ਆਧਾਰ ਤੇ ਹੋਵੇ ਚਾਹੇ ਕਿਸੇ ਵੀ ਆਧਾਰ ਤੇ ਹੋਵੇ, ਉਹ ਕਰ ਰਿਹਾ ਹੋਵੇ ਤੇ ਉਹਦੇ ਪਿੱਛੇ ਸਟੇਟ ਹੋਵੇ ਤੇ ਉਹਨੂੰ ਆਪ ਨੂੰ ਨਾ ਪਤਾ ਹੋਵੇ ਵੀ ਇਹਦੇ ਪਿੱਛੇ ਸਟੇਟ ਹੈ ਤੇ ਉਹ ਕਰ ਰਿਹਾ, ਲਗਭਗ 70% ਇੱਦਾਂ ਹੋ ਜਾਂਦਾ ਆ। 30% ਨਹੀਂ ਹੁੰਦਾ, 70% ਇੱਦਾਂ ਹੁੰਦਾ ਆ। ਮਤਲਬ ਜਿਹੜੇ ਬੰਦੇ ਆ ਕੇ ਸਮਾਜ ਦੇ ਵਿੱਚ ਸਿੱਧੇ ਰੂਪ 'ਚ ਪ੍ਰੈਜ਼ੈਂਟ ਹੋ ਰਹੇ ਹੈ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਸਾਨੂੰ ਪਿੱਛੋਂ ਕੌਣ ਚਲਾ ਰਿਹਾ। ਦੇਖੋ, ਮੈਂ ਤੁਹਾਨੂੰ ਸੌਖੇ ਸ਼ਬਦਾਂ 'ਚ ਸਮਝਾ ਦੇਣਾ ਕਿ ਤੁਹਾਡਾ ਇੱਕ ਔਨ 에ਅਰ ਚੈਨਲ ਆ, ਅਤੇ ਜਦੋਂ ਤੁਸੀਂ ਖੜਾ ਕੀਤਾ ਚੈਨਲ, ਤੇ ਬਹੁਤ ਲੋਕਾਂ ਨੂੰ ਪਤਾ ਸੀਗਾ ਕਿ ਤੁਹਾਨੂੰ ਪੱਤਰਕਾਰਾਂ ਦੀ ਵੀ ਲੋੜ ਆ, ਤੁਹਾਨੂੰ ਕੈਮਰਾਮੈਨਾਂ ਦੀ ਵੀ ਲੋੜ ਆ, ਠੀਕ ਹੈ। ਤੁਹਾਡੇ ਨਾਲ ਸੰਪਰਕ ਕੀਤਾ ਗਿਆ ਹੋਊਗਾ ਵੀ ਮੱਕੜ ਸਾਹਿਬ, ਆਹ ਸਾਡਾ ਮੁੰਡਾ ਬੜੇ ਕੰਮ ਦਾ ਆ ਅਤੇ ਇਹਨੂੰ ਆਪਾਂ ਰੱਖਣਾ ਆ। ਤੁਹਾਨੂੰ ਨਹੀਂ ਪਤਾ, ਹੋ ਸਕਦਾ ਫੋਨ ਕਰਨ ਵਾਲੇ ਨੂੰ ਨਹੀਂ ਪਤਾ ਹੋਏ, ਉਹਨੂੰ ਕਿਸੇ ਨੇ ਕਿਹਾ ਹੋ ਯਾਰ ਸਾਡਾ ਬੰਦਾ ਰਖਾ ਦੇ। ਮੈਨੂੰ ਕੋਈ ਕਵੇ ਵੀ ਸਿਮਰਨਜੋਤ ਨੂੰ ਫੋਨ ਕਰੋ ਯਾਰ ਸਾਡਾ ਬੰਦਾ ਰਖਾਉਣਾ, ਮੈਨੂੰ ਨਹੀਂ ਪਤਾ ਵੀ ਉਹ ਬੰਦਾ ਕਿਸ ਪਰਪਜ਼ ਲਈ ਰਖਾ ਰਿਹਾ ਹੈ, ਪਰ ਮੈਂ ਤੁਹਾਨੂੰ ਫੋਨ ਕਰ ਦੇਣਾ ਵੀ ਯਾਰ ਭਾਈ ਦਾ ਫੋਨ ਆਇਆ ਸੀ, ਸਾਡਾ ਇੱਕ ਬੰਦਾ ਰੱਖ ਲਓ। ਏਜੰਸੀ ਐਵੇਂ ਕੰਮ ਕਰਦੀ ਆ। ਉਹਦਾ ਫੇਸ ਕੋਈ ਨਹੀਂ ਹੁੰਦਾ ਹੈਗਾ। ਜਿਨ੍ਹਾਂ ਤੋਂ ਕੰਮ ਲੈਂਦੀ ਹੈ ਬਾਅਦ 'ਚ ਉਹਨਾਂ ਤੋਂ ਵੀ ਮੁੱਕਰ ਜਾਂਦੇ ਆ। ਫਿਰ 100% ਮੁਨਕਰ ਹੋਣਾ ਤਾਂ ਇਹ ਉਹਨਾਂ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ। ਉਹ ਤਾਂ ਮਰਵਾ ਵੀ ਦਿੰਦੇ 100% ਜੀ। ਜਿੰਨਾ ਚਿਰ ਉਹਨਾਂ ਨੂੰ ਜ਼ਰੂਰਤ ਆ ਉਹਨਾਂ ਚਿਰ, ਉਹਨਾਂ ਨੂੰ ਕਿੱਥੇ ਲੋੜ ਪੈ ਗਈ ਵੀ ਬੰਦਾ ਆਪਣਾ ਵੀ ਮਰਵਾ ਦਿੰਦੇ ਆ ਤੇ ਬੇਗਾਨਾ ਵੀ ਮਰਵਾ ਦਿੰਦੇ ਆ। ਜਿੱਥੇ ਉਹਨਾਂ ਨੂੰ ਜ਼ਰੂਰਤ ਆ ਵੀ ਹੁਣ ਇਹਦੀ ਲੋੜ ਨਹੀਂ, ਜਿੰਨੀ ਲੋੜ ਸੀ ਉਹਨਾਂ ਕੰਮ ਹੋ ਗਿਆ। ਇਹ ਬੰਦੇ ਸਿੱਖ ਲਹਿਰ ਦੇ ਵਿੱਚ ਵੀ ਪਾਏ ਗਏ? ਨਹੀਂ, ਸਾਰੀਆਂ ਲਹਿਰਾਂ 'ਚ ਹੀ ਪਾਏ ਜਾਂਦੇ ਨੇ ਜੀ। ਸਟੇਟ ਆਪਣੇ ਤਰੀਕੇ ਨਾਲ ਕੰਮ ਕਰਦੀ ਆ ਤੇ ਉਹਦੇ ਇਰਦ ਗਿਰਦ ਬੜਾ ਕੁਛ ਪੈਦਾ ਕਰਦੀ ਆ, ਮਾਹੌਲ ਪੈਦਾ ਕਰਦੀ ਆ। ਹੁਣ ਐਡੇ ਵੱਡੇ ਦਰਬਾਰ ਸਾਹਿਬ ਦੇ ਵਿੱਚ ਐਡਾ ਵੱਡਾ ਹੋਇਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਇਰਦ ਗਿਰਦ ਵੀ ਬੜੇ ਲੋਕ CID ਵਾਲੇ ਆਏ ਹੋਣਗੇ, ਗਏ ਹੋਣਗੇ, ਕਿੰਨੇ ਉਹਨਾਂ ਭੇਜੇ ਹੋਣਗੇ, ਕਿੰਨੇ ਉੱਥੋਂ CID ਲੈ ਕੇ ਗਏ ਹੋਣਗੇ। ਇਹ ਗੱਲਾਂ ਇੱਦਾਂ ਵਾਪਰਦੀਆਂ ਨੇ। ਇਹ ਏਜੰਸੀ ਐਵੇਂ ਕੰਮ ਕਰਦੀ ਹੈ। ਜੇ ਇਸ ਗੱਲ ਦਾ, ਜਿਵੇਂ ਹੁਣ ਆਪਾਂ ਕਹਿ ਦੇਣਾ ਵੀ ਯਾਰ ਦੀਪ ਤੇ ਏਜੰਸੀ ਦਾ ਥੋੜ੍ਹਾ ਲਾਊਗੀ, ਏਜੰਸੀ ਦਾ ਲਾਊਗੀ ਉਹਦੇ ਇਰਦ ਗਿਰਦ ਸਿਸਟਮ ਦੇ ਉੱਤੇ, ਜਿਹੜੇ ਉਹਦੇ ਸਲਾਹਕਾਰ ਉਹਨੂੰ ਸਲਾਹ ਦੇਣਗੇ ਜਾਂ ਹੋਰ ਕੁਛ ਇੱਦਾਂ ਦੀਆਂ ਘਟਨਾਵਾਂ ਉਹਦੇ ਸਾਹਮਣੇ ਖੜੀਆਂ ਹੋਣਗੀਆਂ ਕਿ ਉਹ ਅੱਗੇ ਵੱਧਦਾ ਜਾਏ ਅਤੇ ਸਟੇਟ ਉਹਨੂੰ ਇੰਨਾ ਪ੍ਰਫੁੱਲਤ ਕਰੇ ਕਿ ਉਹ ਲੋਕਾਂ ਦੇ ਵਿੱਚ ਐਂ ਜਾਏ ਵੀ ਸਭ ਤੋਂ ਬੈਸਟ ਇਹੀ ਆ। ਉਹਨੂੰ ਖੜਾ ਕਰ, ਜਦੋਂ ਉਹਨਾਂ ਨੂੰ ਲੱਗਾ ਵੀ ਇਹ ਤਾਂ ਸਾਡੇ ਖਿਲਾਫ ਆ, ਫਿਰ ਉਹਨੂੰ ਡੇਗ ਲੈਂਦੇ ਨੇ ਜੀ। ਉਹਨੂੰ ਡੇਗਣ ਲੱਗੇ ਵੀ ਇੱਕ ਮਿੰਟ। ਇਸ ਤਰ੍ਹਾਂ ਹੋ ਜਾਂਦਾ ਜਿਵੇਂ ਸੰਤਾਂ ਬਾਰੇ ਆਮ ਧਾਰਨਾ ਇੱਕ ਬਣੀ। ਸੰਤਾਂ ਬਾਰੇ ਇਹ ਕਿਹਾ ਜਾਂਦਾ ਰਿਹਾ ਕਿ ਇੰਦਰਾ ਗਾਂਧੀ ਨੇ ਹੀ ਸੰਤਾਂ ਨੂੰ ਪਹਿਲਾਂ ਸਪੋਰਟ ਕੀਤਾ ਅਤੇ ਫਿਰ ਸੰਤ ਜਦੋਂ ਪਾਵਰਫੁਲ ਹੋ ਗਏ ਤਾਂ ਸੰਤਾਂ ਨੇ ਇੰਦਰਾ ਗਾਂਧੀ ਦਾ ਕਹਿਣਾ ਦੇ ਵਿੱਚ ਨਹੀਂ ਰਹੇ ਉਹ, ਅਤੇ ਫਿਰ ਸੰਤ ਆਪਦੇ ਵਹਿਣ 'ਚ ਚਲੇ ਗਏ ਅਤੇ ਫਿਰ ਐਲੀਮੀਨੇਸ਼ਨ ਵਾਲੇ ਪਾਸੇ ਇਹ ਗੱਲ ਆਉਂਦੀ ਹੈ। ਕੀ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ? ਨਹੀਂ, ਇਹ ਤਾਂ ਇੱਕ ਜਿਹੜਾ ਨੈਰੇਟਿਵ ਨਾ ਸਿਰਜਿਆ ਜਾਂਦਾ ਹੈ। ਕਿਸੇ ਜਦੋਂ ਕੋਈ ਤੁਹਾਡਾ ਨਾਇਕ ਬਣ ਜਾਂਦਾ ਆ ਤਾਂ ਉਸ ਨਾਇਕ ਦੇ ਕਰੈਕਟਰ ਦੇ ਵਿੱਚ ਇੱਦਾਂ ਦਾ ਇੱਕ ਉਹ ਆਪਣੇ ਅਫਸਰਾਂ ਤੋਂ, ਆਪਣੇ ਸਿਸਟਮ ਤੋਂ, ਆਪਣੇ ਬੰਦਿਆਂ ਤੋਂ ਬੁੱਕਾਂ ਵੀ ਲਿਖਾਉਂਦੇ ਨੇ ਅਤੇ ਉਹ ਉਹਦਾ ਪ੍ਰਚਾਰ ਵੀ ਕਰਦੇ ਨੇ, ਆਪਣੇ ਚੈਨਲਾਂ 'ਤੇ ਉਹਨਾਂ ਦੀਆਂ ਇੰਟਰਵਿਊ ਵੀ ਕਰਦੇ ਨੇ। ਸਪੈਸ਼ਲੀ ਬੜਾ ਕੁਛ ਇੱਦਾਂ ਦਾ ਵਾਪਰਦਾ ਆ ਕਿ ਉਸ ਨਾਇਕ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਮਤਲਬ ਕਿ ਗੰਧਲਾ ਕਰ ਦਿਓ। ਕੌਮ ਜਿਹਨੂੰ ਸਮਝਦੀ ਹੈ ਕਿ ਸਾਡਾ ਸ਼ਹੀਦ ਆ, ਉਹਨੂੰ ਉਸ ਲੈਵਲ ਦਾ ਕਰ ਦਿਓ ਵੀ ਸਰਕਾਰੀ ਬੰਦਾ ਸੀ, ਬਸ ਬਾਅਦ 'ਚ ਉਹਦੀ ਬਣੀ ਨਹੀਂ ਅਤੇ ਉਹਨਾਂ ਮਾਰ ਦਿੱਤਾ। ਐਵੇਂ ਨਹੀਂ ਹੁੰਦਾ ਹੈਗਾ।
ਇਸ ਤਰ੍ਹਾਂ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਕਿ ਉਹ 30% ਚਾਂਸ ਹੁੰਦੇ ਨੇ, ਪਰ 70% ਇਦਾਂ ਨਹੀਂ ਹੁੰਦਾ ਹੈਗਾ। ਜਿਵੇਂ ਹੁਣ ਅੰਮ੍ਰਿਤਪਾਲ ਵੀ ਆਇਆ ਤਾਂ ਅੰਮ੍ਰਿਤਪਾਲ ਬਾਰੇ ਵੀ ਇਹ ਗੱਲਾਂ ਕਿ ਆਲ ਆਫ ਅ ਸਡਨ ਕਿੱਥੋਂ ਆ ਗਿਆ, ਇੱਕਦਮ ਕਿਵੇਂ ਪੈਰਾਸ਼ੂਟ ਤਰ੍ਹਾਂ ਲੈਂਡ ਹੋ ਗਿਆ, ਏਜੰਸੀਆਂ ਦਾ ਬੰਦਾ ਹੈ। ਇਹ ਵੀ ਚਰਚਾ ਹੁਣ ਤਾਂ ਬਹੁਤ ਬਹੁਤ ਜ਼ਿਆਦਾ ਚੱਲ ਰਹੀ ਹੈ ਚਰਚਾ। ਵੇਖੋ, ਮੈਂ ਅੰਮ੍ਰਿਤਪਾਲ ਸਿੰਘ ਬਾਰੇ ਜੇ ਤੁਹਾਨੂੰ ਗੱਲ ਕਰਾਂ ਤੇ ਜਿੰਨੀ ਕੁ ਮੇਰੀ ਸਮਰੱਥਾ ਆ, ਮੈਂ ਉਹਦੇ ਬਾਰੇ ਇੱਦਾਂ ਸੋਚਦਾ ਵੀ ਇੱਥੇ ਨਾ ਬਹੁਤ ਖਲਾਅ ਆ। ਜਿੱਦਾਂ ਹੁਣ ਦੀਪ ਵੀ ਉਸ ਖਲਾਅ 'ਚ ਆਇਆ ਸੀ ਤੇ ਲੋਕਾਂ ਨੇ ਜਦੋਂ ਉਹਨੇ ਸਿੱਧੀ ਸਾਦੀ ਭਾਸ਼ਾ 'ਚ ਗੱਲ ਕੀਤੀ, ਲੋਕਾਂ ਨੇ ਐਕਸੈਪਟ ਕਰ ਲਿਆ ਉਹਨੂੰ ਇੱਕਦਮ। ਤੇ ਬਾਕੀ ਇਹ ਹੈ ਕਿ ਸਾਨੂੰ ਭਵਿੱਖ ਬਹੁਤ ਗੱਲਾਂ ਤੈਅ ਕਰਦਾ ਜੀ, ਵੀ ਕੌਣ ਕਿਸ ਪਾਸੇ ਨੂੰ ਜਾ ਰਿਹਾ ਆ। ਤੇ ਕਈ ਵਾਰੀ ਸਾਨੂੰ ਇਹ ਪਤਾ ਵੀ ਹੋਏ ਕਿ ਇਹ ਚੀਜ਼ ਗਲਤ ਆ, ਸਾਨੂੰ ਇਹ ਪਤਾ ਲੱਗ ਜੇ, ਪਰ ਜਿੱਥੇ ਕੌਮ ਦੇ ਹੁਣ ਜੇ ਏਜੰਸੀਆਂ ਆਪਣੇ ਹਿੱਤ ਸੋਚਦੀਆਂ ਨੇ ਤਾਂ ਸਾਡੀ ਕੌਮ ਵੀ ਆਪਣਾ ਹਿੱਤ ਸੋਚੂਗੀ ਵੀ ਜਿਹੜੀ ਗੱਲ 'ਚ ਸਾਡਾ ਫਾਇਦਾ ਹੁੰਦਾ ਅਸੀਂ ਉਹਨੂੰ ਸਪੋਰਟ ਕਰਾਂਗੇ, ਕੱਲ੍ਹ ਨੂੰ ਉਹ ਕਿੱਧਰ ਜਾਂਦੀ ਦੇਖੀ ਜਾਊਗੀ। ਤੇ ਇੰਨੀ ਛੇਤੀ ਕਿਸੇ ਦਾ ਆਈਡੀਆ ਲਾਉਣਾ ਵੀ ਇਹਦੇ ਪਿੱਛੇ ਕੋਈ ਏਜੰਸੀ ਹੈ ਜਾਂ ਇਹਨੂੰ ਤਿਆਰ ਕੀਤੀ ਹੋਈ ਗੱਲ, ਹੁਣ ਆਪਾਂ ਇੱਕ ਇੰਟਰਵਿਊ ਪਹਿਲਾਂ ਤਿਆਰ ਕਰ ਲਈ ਤਾਂ ਮੈਂ ਇੱਕ ਦਿਨ ਹੀ ਕਰੂੰਗਾ ਜੀ। ਉੱਥੇ ਕੋਈ ਹੋਰ ਮੈਨੂੰ ਪੱਤਰਕਾਰ ਪੁੱਛ ਲੇ ਤੇ ਮੈਂ ਉਹਦਾ ਜਵਾਬ ਹੀ ਨਹੀਂ, ਤਾਂ ਮੈਂ ਗੁੰਗਾ ਹੋ ਜਾਊਂਗਾ। ਇੱਕ ਸਕ੍ਰਿਪਟ ਲਿਖ ਕੇ ਦੇ ਦੂੰਗੇ, 2 ਦੇ ਦੂੰਗੇ, 4 ਦੇ ਦੂੰਗੇ, ਪਰ ਹਰ ਸਮੇਂ ਤੁਸੀਂ ਉਸ ਤਰ੍ਹਾਂ ਨਹੀਂ ਰਹਿ ਸਕਦੇ, ਉਸ ਤਰ੍ਹਾਂ ਤੁਹਾਡਾ ਨਹੀਂ ਕੁਛ ਹੋ ਸਕਦਾ। ਕੁਛ ਤਾਂ ਨੈਚੁਰਲ ਤੁਹਾਡੇ 'ਚ ਹੁੰਦਾ ਹੈ ਨਾ, ਐਵੇਂ ਤਾਂ ਨਹੀਂ ਹੁੰਦਾ ਹੈਗਾ। ਪਰ ਇਹ ਜ਼ਰੂਰ ਗੱਲ ਆ ਕਿ ਅੰਮ੍ਰਿਤਪਾਲ ਵਰਗੇ ਚਿਹਰੇ ਨੂੰ ਬਹੁਤ ਬਚਣ ਦੀ ਲੋੜ ਆ। ਤੇ ਇਰਦ ਗਿਰਦ ਕੁਛ ਗੱਲਾਂ ਜਿਹੜੀਆਂ, ਜਿਵੇਂ ਕਈ ਗੱਲਾਂ ਦੂਜੇ ਪਾਸੇ ਟਕਰਾ, ਸਟੇਟ ਨਾਲ ਟਕਰਾ, ਉਹਨਾਂ ਨੂੰ ਚਾਹੀਦਾ ਕਿ ਜਿਹੜਾ ਉਹਨਾਂ ਦਾ ਇੱਕ ਲੈਵਲ ਬਣ ਕੇ ਅੰਮ੍ਰਿਤ ਛਕਾਉਣਾ, ਨਸ਼ੇ ਛਡਾਉਣੇ, ਵੀ ਉਹ ਲਹਿਰ ਤੱਕ ਸੀਮਿਤ ਰਹਿਣ। ਸਟੇਟ ਜਿਹੜੀ ਆ ਅੱਜ ਸਿੱਖਾਂ ਨੂੰ ਸਿੱਧੇ ਰੂਪ 'ਚ ਉਲਝਾਉਣਾ ਚਾਹੁੰਦੀ ਆ, ਉਹ ਅੰਮ੍ਰਿਤਪਾਲ ਦੇ ਰੂਪ 'ਚ ਉਲਝਾ ਲੈ। ਕਹਿ ਰਹੇ ਹੋ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਔਰ ਤੁਸੀਂ ਆਪਣੇ ਇੱਕ ਮਿਸ਼ਨ ਨੂੰ ਤੈਅ ਕਰਕੇ ਚੱਲੋ। ਨਹੀਂ, ਮੈਂ ਇਹ ਗੱਲ ਨਹੀਂ ਕਦੀ ਕਹੂੰਗਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ, ਪਰ ਸਾਡੇ ਕੋਲ ਸਦਾ ਹੀ ਸਾਨੂੰ ਆਪਣੀ ਕੈਪੈਸਿਟੀ ਦਾ, ਸਾਨੂੰ ਆਪਣੀ ਪਾਵਰ ਦਾ, ਸਾਡੇ ਨਾਲ ਮੁਲਕ ਕੌਣ ਹੈ ਅੱਜ ਦੀ ਡੇਟ ਦੇ ਵਿੱਚ, ਕੀ ਉਸ ਗੱਲ ਨੂੰ ਜਗ੍ਹਾ ਹੈਗੀ ਆ ਜਾਂ ਨਹੀਂ ਹੈਗੀ। ਕਿਉਂਕਿ ਪੈਂਤੜੇ ਬਦਲਣਾ ਹੀ ਰਾਜਨੀਤੀ ਆ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਮਿਸਲਾਂ ਦਾ ਪੜ੍ਹਾਂਗੇ ਤਾਂ ਉਹਨਾਂ ਨੇ ਬੜੀ ਵਾਰੀ ਅੰਗਰੇਜ਼ਾਂ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕੀਤੀ। ਹੁਣ ਜੇ ਕੱਲ੍ਹ ਆਪਾਂ ਕਹੀਏ ਵੀ ਅੰਗਰੇਜ਼ਾਂ ਨਾਲ ਸੰਧੀ ਕਰ ਲਈ ਮਹਾਰਾਜਾ ਰਣਜੀਤ ਸਿੰਘ ਨੇ, ਇਹ ਤਾਂ ਬੇਵਕੂਫੀ ਸੀ। ਕਈ ਵਾਰੀ ਸਾਨੂੰ ਸਮੇਂ 'ਤੇ ਬਹੁਤ ਗੱਲਾਂ ਦੀ ਲੋੜ ਹੁੰਦੀ ਆ। ਸੋ ਅੱਜ ਪੰਥ ਨੂੰ ਇਹ ਵੇਖਣਾ ਚਾਹੀਦਾ ਵੀ ਸਾਡੇ ਸਾਹਮਣੇ ਦਰਪੇਸ਼ ਚੁਣੌਤੀਆਂ ਕੀ ਨੇ। ਜਿਵੇਂ ਅੰਮ੍ਰਿਤ ਗੱਲ ਕਰ ਰਿਹਾ ਵੀ ਨਸ਼ੇ ਨਾਲ ਤਾਂ ਅਸੀਂ ਮਰ ਰਹੇ ਹਾਂ, ਹੈ ਨਾ ਜੀ। ਤੇ ਸਾਡੇ ਇੱਥੇ ਅਸੀਂ ਘੱਟ ਗਿਣਤੀ ਹੋ ਰਹੇ ਹਾਂ ਲਗਾਤਾਰ। ਸਾਡੇ ਇੱਥੇ ਹੋਰ ਸਟੇਟਾਂ ਦੇ ਬੰਦੇ, ਜਿਹੜਾ ਪੈਰਲਲ ਇੱਕ ਗੈਂਗਸਟਰਵਾਦ ਪੰਜਾਬ ਦੇ ਵਿੱਚ ਖੜਾ ਹੋ ਗਿਆ ਔਰ ਉਹ ਜਿਹੜਾ ਅੱਤਵਾਦ ਵੱਲ ਹੌਲੀ ਹੌਲੀ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਨੌਜਵਾਨ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਇਸ ਪੱਧਰ 'ਤੇ ਪਹੁੰਚੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਔਰ ਹਰ ਰੋਜ਼ ਬਹੁਤ ਸਾਰੇ ਕਤਲ ਹੋਰ ਹੁੰਦੇ ਆ। ਆਪਸ 'ਚ ਇਹਨਾਂ ਦੀਆਂ ਗੈਂਗ ਵਾਰਾਂ ਸੀ। ਅੱਜ ਉਹ ਪਾਕਿਸਤਾਨ ਤੱਕ ਪਹੁੰਚ ਗਈ ਜਿੱਥੇ ਰਿੰਦੇ ਵਰਗਿਆਂ ਦਾ ਨਾਮ ਆਇਆ। ਭਾਵੇਂ ਉਹ ਹਮਲੇ ਹੋਣ ਲੱਗ ਗਏ, ਗ੍ਰਨੇਡ ਹਮਲਾ ਹੈੱਡਕੁਆਟਰ 'ਤੇ ਹੁੰਦਾ, ਪੰਜਾਬ 'ਚ ਹੋਰ ਘਟਨਾਵਾਂ ਹੁੰਦੀਆਂ। ਹਾਲਾਂਕਿ ਇਹ ਹੁਣ ਕਿਹਾ ਗਿਆ ਕਿ ਉਹ ਮਾਰ ਦਿੱਤਾ ਗਿਆ, ਇਹ ਵੀ ਨਹੀਂ ਸਾਹਮਣੇ ਆਇਆ ਕਿ ਮਾਰਿਆ ਗਿਆ ਕਿ ਨਹੀਂ ਮਾਰਿਆ ਗਿਆ। ਕੀ ਇਹ ਵੱਡੀ ਚੁਣੌਤੀ ਹੈ ਹੁਣ? ਕੀ ਇਹ ਵੀ ਸਟੇਟ ਤੇ ਏਜੰਸੀਆਂ ਦਾ ਕੰਮ ਹੈ ਕਿ ਉਹ ਪੈਰਲਲ ਗੈਂਗਸਟਰਵਾਦ ਖੜਾ ਕੀਤਾ ਜਾ ਰਿਹਾ? ਬਿਲਕੁਲ। ਮੈਂ ਤੁਹਾਨੂੰ ਨਾ ਇੱਥੇ ਇੱਕ ਗੱਲ ਦੱਸਣੀ ਚਾਹਾਂਗਾ ਕਿ ਜਦੋਂ ਤੁਸੀਂ ਜਿਹੜਾ ਸ਼ਬਦ ਵਰਤਿਆ, ਮੈਂ ਉਹ ਤਾਂ ਨਹੀਂ ਵਰਤ ਸਕਦਾ ਕਿਉਂਕਿ ਸਟੇਟ ਇਹਨਾਂ ਚੀਜ਼ਾਂ ਨੂੰ ਉਭਾਰ ਕੇ ਸਾਨੂੰ ਉਹ ਟੈਗ ਦਿੰਦੀ ਹੈ ਫਿਰ ਜਦੋਂ ਮਾਰਦੀ ਆ ਕਿ ਇਹਦਾ ਇਸ ਗੱਲ 'ਚ ਹੱਥ ਸੀ, ਇੱਦਾਂ। ਇਹ ਬੜਾ ਕੁਛ ਇੱਕ ਡੀਪ ਸਟੇਟ ਦੀਆਂ ਜਿਹੜੀਆਂ ਟਰਮਾਂ ਨੇ ਜਿਹੜੀਆਂ ਚੱਲ ਰਹੀਆਂ ਨੇ। ਹੁਣ ਆਪਾਂ, ਤੁਸੀਂ ਗੈਂਗਸਟਰ ਸ਼ਬਦ ਨਹੀਂ ਵਰਤਦੇ? ਨਹੀਂ, ਗੈਂਗਸਟਰ ਨਹੀਂ, ਅੱਤਵਾਦ। ਤੁਸੀਂ ਅੱਤਵਾਦ ਸ਼ਬਦ ਦੇ ਖਿਲਾਫ ਹੋ? ਮੈਂ ਖਿਲਾਫ ਹਾਂ, ਕਿਉਂਕਿ ਅੱਤਵਾਦ ਆਪਾਂ ਉਹਦੇ ਪਿੱਛੇ ਜਾਣਾ ਹੁੰਦਾ ਕਿ ਪੈਦਾ ਗੱਲ ਕਿਵੇਂ ਹੁੰਦੀ ਹੈ, ਕੋਈ ਬੰਦਾ ਗੈਂਗਸਟਰ ਕਿਵੇਂ ਬਣਦਾ ਹੈ, ਉਹਨੂੰ ਕਿਵੇਂ ਬਣਾਇਆ ਜਾਂਦਾ। ਉਸ ਤੋਂ ਬਾਅਦ ਜਦੋਂ ਬੰਦਾ, ਜੋ ਤੁਸੀਂ ਕੀਤਾ ਉਹ ਅੱਤਵਾਦ ਨਹੀਂ ਸੀ। ਨਹੀਂ, ਵੇਖੋ, ਅਸੀਂ ਜੋ ਪਹਿਲੀ ਗੱਲ ਮੈਂ ਫੇਰ ਦੁਬਾਰੇ ਕਹਿ ਦਾਂ ਕਿ ਅੱਤਵਾਦ ਸਟੇਟ ਨੇ ਕੀਤਾ ਸੀ, ਅਸੀਂ ਉਹਦੇ ਡਿਫੈਂਸ 'ਚ ਲੜੇ ਹਾਂ, ਅਸੀਂ ਉਹਦੇ ਡਿਫੈਂਸ ਦੇ ਵਿੱਚ ਲੜੇ ਹਾਂ। ਜੋ ਹੁਣ ਹੋ ਰਿਹਾ ਫਿਰ ਉਹ ਕੀ ਹੈ? ਮੰਨ ਲਓ ਜੇ ਕੋਈ ਬੰਦਾ ਪਾਕਿਸਤਾਨ 'ਚ ਬੈਠ ਕੇ ਆਪਰੇਟ ਕਰਦਾ ਹੈ ਤੇ ਇੱਥੇ ਕਿਸੇ ਦਾ ਕਤਲ ਹੋ ਜਾਂਦਾ ਹੈ ਔਰ ਫਿਰ ਉਹ ਫੇਸਬੁੱਕਾਂ ਤੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਕਿ ਇਹ ਬੰਦਾ ਅਸੀਂ ਮਾਰਿਆ ਹੈ, ਉਹ ਕੀ ਹੈ? ਉਹ ਅੱਤਵਾਦ ਹੈ। ਪਰ ਇਹਦੀ ਅਥੈਂਟਿਸਿਟੀ ਕੀ ਆ? ਇਸ ਗੱਲ ਨੂੰ ਕੌਣ ਪ੍ਰਚਾਰ ਰਿਹਾ ਵੀ ਫਲਾਣੇ ਬੰਦੇ ਨੂੰ ਰਿੰਦੇ ਨੇ ਮਾਰਤਾ, ਫਲਾਣੇ ਬੰਦੇ ਨੂੰ ਫਲਾਣੇ ਨੇ ਮਾਰਤਾ, ਗੋਲਡੀ ਬਰਾੜ ਨੇ ਮਾਰਤਾ? ਇਸ ਗੱਲ ਦੀ ਵੀ ਪ੍ਰਮਾਣਿਕਤਾ ਕੋਈ ਹੈ ਤਾਂ ਹੈ ਨਹੀਂ ਨਾ। ਮਸਲਾ ਤੇ ਗੋਲਡੀ ਬਰਾੜ ਤਾਂ ਸਾਹਮਣੇ ਆਇਆ ਸ਼ਰੇਆਮ ਸਿੱਧੂ ਮੂਸੇਵਾਲੇ ਮਰਡਰ 'ਚ। ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਸੀ ਨਾ ਜੀ, ਉਹਨੂੰ ਤੁਸੀਂ ਖਾੜਕੂਵਾਦ ਨਾਲ ਕਦੀ ਵੀ ਨਹੀਂ ਜੋੜ ਸਕਦੇ। ਇਹ ਘਟਨਾਵਾਂ ਵੱਖਰੀਆਂ। ਜਿਹੜੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਦੇ ਅਕੋਰਡਿੰਗ ਹੋ ਰਹੀਆਂ ਨੇ, ਇਹ ਮੈਂ ਬਹੁਤ ਪਹਿਲਾਂ ਵੀ ਸਟੇਟ ਨੂੰ, ਮਤਲਬ ਸਟੇਟ ਪੰਜਾਬ ਸਟੇਟ ਨੂੰ ਵੀ ਆਪਾਂ ਬੜੀ ਵਾਰੀ ਕਿਹਾ ਵੀ ਜੇ ਤੁਸੀਂ ਇਸ ਮਸਲੇ ਦਾ ਹੱਲ ਨਹੀਂ ਕਰਦੇ
ਅਸੀਂ ਇਹ ਗੱਲ ਸੋਚ ਰਹੇ ਹਾਂ ਵੀ ਜੇ ਕਿਸੇ ਬੰਦੇ ਨੂੰ ਮਾਰਾਂਗੇ ਜੇਲ੍ਹ ਚਲ ਜਾਵਾਂਗੇ ਜਾਂ ਸਾਡੇ ਉਹਦੇ ਆਹ ਨਤੀਜੇ ਹੋਣਗੇ, ਜਾਂ ਅਸੀਂ ਪਹਿਲਾਂ ਇਸ ਤਰ੍ਹਾਂ ਕੁਛ ਗੱਲਾਂ ਭੁਗਤੀਆਂ ਨੇ ਜਾਂ ਸਾਡੇ ਲੋਕਾਂ ਨੇ ਭੁਗਤੀਆਂ ਨੇ ਜਾਂ ਸਾਡਾ ਨੁਕਸਾਨ ਹੋਇਆ। ਪਰ ਜਿਹੜਾ 18 ਤੋਂ 25 ਸਾਲਾਂ ਦਾ ਨੌਜਵਾਨ ਹੈ ਉਹ ਇਹ ਗੱਲ ਕਦੀ ਵੀ ਨਹੀਂ ਸੋਚੂਗਾ। ਉਹ ਕਹੇਗਾ ਅਸੀਂ ਕਰਨਾ ਆ, ਜੋ ਹੋਊਗਾ ਵੇਖੀ ਜਾਊਗੀ। ਉਹ ਫਿਰ ਇੱਥੇ ਆ ਜਾਂਦਾ। ਹੁਣ ਜੇ ਪ੍ਰੇਮੀ ਦਾ ਵੀ ਕਤਲ ਹੋਇਆ ਆ ਤੇ ਸਟੇਟ ਦੀ ਜ਼ਿੰਮੇਵਾਰੀ, ਆਪਾਂ ਭਾਵੇਂ ਉਹਨਾਂ ਨੌਜਵਾਨਾਂ ਨੂੰ ਫੜ ਕੇ ਅੰਦਰ ਦੇ ਦੀ, ਜੋ ਮਰਜ਼ੀ ਕਰਦੀ, ਉਹਨਾਂ ਨੇ ਕਤਲ ਕੀਤਾ, ਉਹਨਾਂ ਤੇ ਕੇਸ ਪੈਣਾ ਹੀ ਆ, ਲਾ ਆ। ਪਰ ਜੇ ਸਟੇਟ ਸਿੱਖਾਂ ਨੂੰ ਇਨਸਾਫ ਦਿੰਦੀ ਤਾਂ ਇਹ ਗੱਲ ਨਹੀਂ ਸੀ ਹੋਣੀ। ਇਦਾਂ ਹੀ ਜਿਹੜਾ ਤੁਸੀਂ ਜਾਇਜ਼ ਠਹਿਰਾ ਰਹੇ ਹੋ? ਨਹੀਂ, ਮੈਂ ਇਹ ਜਾਇਜ਼ ਤਾਂ ਕਿਸੇ ਕਤਲ ਨੂੰ ਇਸ ਤਰ੍ਹਾਂ ਨਹੀਂ ਠਹਿਰਾਇਆ ਜਾ ਸਕਦਾ ਜੀ, ਕਿਉਂਕਿ ਜਾਇਜ਼ ਇਸ ਤਰ੍ਹਾਂ ਮੈਂ ਠਹਿਰਾ ਰਿਹਾ ਕਿ ਸਟੇਟ ਦੀ ਨਲਾਇਕੀ ਨਾਲ ਉਹ ਬੰਦੇ ਮਰੇ ਨੇ। ਸਟੇਟ ਚਾਹੁੰਦੀ ਤੇ ਉਹ ਬੰਦੇ ਬਚ ਸਕਦੀ, ਸਟੇਟ ਚਾਹੁੰਦੀ ਤਾਂ ਸਿੱਧੂ ਮੂਸੇਵਾਲਾ ਵੀ ਬਚ ਸਕਦਾ, ਭਾਵੇਂ ਉਹ ਇਸ ਕੈਟਾਗਰੀ ਤੋਂ ਅਲੱਗ ਆ। ਸਟੇਟ ਨੂੰ ਇਸ ਗੱਲ ਦਾ ਪਤਾ ਸੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਊਗਾ, ਸਟੇਟ ਨੇ ਉਹਨੂੰ ਹੋਣ ਦਿੱਤਾ ਆ। ਦੇਖੋ ਤੁਸੀਂ, ਇਹ ਗੱਲ ਪੱਕੀ ਹੈ ਜਮਾਂ ਹੀ। ਪਰ ਪਾਕਿਸਤਾਨ 'ਚ ਬੈਠ ਕੇ ਆਪਰੇਟ ਤਾਂ ਹੋ ਰਿਹਾ ਨਾ, ਇਸ 'ਚ ਤਾਂ ਕੋਈ ਦੋ ਰਾਏ ਨਹੀਂ। ਪਰ ਇਹ ਗੱਲ ਕੌਣ ਕਹਿ ਰਿਹਾ ਹੈ ਆਪਰੇਟ ਹੋ ਰਿਹਾ? ਇਸ ਗੱਲ ਦੀ ਪ੍ਰਮਾਣਿਕਤਾ ਕੀ ਆ? ਕੋਈ ਪ੍ਰਮਾਣਿਕਤਾ ਨਹੀਂ ਹੈਗੀ ਵੀ ਇਹ ਆਹ ਚੀਜ਼। ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕਹੀ ਸੀ ਕਿ ਬੁਖਾਰ ਹੁੰਦਾ, ਉਹਦਾ ਸਬੂਤ ਨਹੀਂ ਸਰ, ਪਰ ਸਾਨੂੰ ਪਤਾ ਹੈ ਵੀ ਬੁਖਾਰ ਹੋਇਆ। ਹਾਂ, ਉਵੇਂ ਹੀ ਪਾਕਿਸਤਾਨ 'ਚ ਬੈਠ ਕੇ ਆਪਰੇਟ ਕਰਦੇ। ਇਸ ਗੱਲ ਨੂੰ ਹੁਣ ਪ੍ਰੂਵ ਕਰਨ ਤੇ ਜੇ ਲੱਗ ਜਾਈਏ ਤਾਂ ਪਤਾ ਹੈ ਨਾ ਵੀ ਆਪਰੇਟ ਕਰਦੇ। ਮੈਂ ਤੁਹਾਨੂੰ ਦੱਸਦਾ ਜੀ, ਮੈਂ ਦੱਸਦਾ ਕਿ ਅਸੀਂ ਜਦੋਂ ਇੱਕ ਖਾੜਕੂ ਲਹਿਰ ਦੇ ਵਿੱਚ ਰਹੇ ਹਾਂ, ਤੁਸੀਂ ਯਕੀਨ ਕਰਿਓ ਕਿ ਜਿਹੜੀਆਂ ਘਟਨਾਵਾਂ ਦਾ ਸਾਨੂੰ ਪਤਾ ਵੀ ਨਹੀਂ ਹੈਗਾ, ਸਾਡੇ ਤੋਂ ਵੀ ਕੇਸ ਰਹੇ ਨੇ ਵੀ ਆ ਫਲਾਣੇ ਥਾਂ ਤੇ ਫਲਾਣਾ ਕਰ ਗਿਆ। ਪਟਿਆਲੇ ਦੇ ਵਿੱਚ ਇੱਕ ਵਾਰੀ ਕਹਿ ਦਿੱਤਾ ਵੀ ਬਾਬਾ ਬਖਸ਼ੀਸ਼ ਇੱਥੇ ਆਇਆ ਆ, ਇੱਦਾਂ ਹੋਇਆ, ਇੱਦਾਂ ਖਬਰਾਂ, ਜੇ ਉਹ ਪਲਾਂਟ, ਹਾਲਾਂਕਿ ਕਿਸੇ ਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਆ, ਕੀ ਆ। ਸੋ ਇਵੇਂ ਇਸ ਤਰ੍ਹਾਂ ਤਾਂ ਹੁੰਦਾ ਆ। ਤਾਂ ਜਿਹੜੀ ਗੈਂਗਵਾਰ ਤੇ ਖਾੜਕੂਆਂ ਦਾ ਮਿਸ਼ਰਣ ਹੋ ਰਿਹਾ ਆ, ਇਸ ਗੱਲ ਤੇ ਸਿੱਖਾਂ ਨੂੰ ਵੀ ਚਿੰਤਾ ਕਰਨੀ ਚਾਹੀਦੀ ਆ ਤੇ ਸਾਰਿਆਂ ਨੂੰ ਮਿਲ ਬੈਠ ਕੇ ਗੱਲ ਵਿਚਾਰਨੀ ਚਾਹੀਦੀ ਆ ਕਿ ਸਿੱਖ ਕਰੈਕਟਰ, ਸਿੱਖ ਮੂਵਮੈਂਟ ਜਿਹੜੀ ਆ, ਉਹਨਾਂ ਨੇ ਸਦਾ ਹੀ ਉਹ ਬੰਦਿਆਂ ਨੂੰ ਟਾਰਗੇਟ ਕੀਤਾ ਆ ਜਿਨ੍ਹਾਂ ਨੂੰ ਅਸੀਂ ਪਹਿਲਾਂ ਕਹਿੰਦੇ ਰਹੇ ਵੀ ਸਟੇਟ ਇਹਦਾ ਹੱਲ ਕਰੇ, ਸਟੇਟ ਇਹਦਾ ਹੱਲ ਕਰੇ। ਬੜੀਆਂ ਵੱਡੀਆਂ ਐਜੀਟੇਸ਼ਨਾਂ ਤੋਂ ਬਾਅਦ ਕਿਤੇ ਜਾ ਕੇ ਉਹਨਾਂ ਨੇ ਇਹ ਫੈਸਲੇ ਲਏ ਵੀ ਹੁਣ ਤਾਂ ਯਾਰ ਤੁਸੀਂ ਕੁਝ ਕਰ ਹੀ ਨਹੀਂ ਰਹੇ। ਤਾਂ ਕੁਝ ਬੰਦਿਆਂ ਨੇ ਇਹ ਫੈਸਲੇ ਲਏ, ਉਹ ਚਾਹੇ ਇੰਦਰਾ ਗਾਂਧੀ ਦਾ ਕਤਲ ਹੋਏ, ਚਾਹੇ ਉਹ ਵੈਦਿਆ ਦਾ ਹੋਏ, ਚਾਹੇ ਉਹ ਭਾਈ ਕੁੱਕੀ ਹੋਣ ਵਾਲਾ ਅਰਜਨ ਦਾਸ ਵਾਲਾ ਕੇਸ ਹੋਏ, ਸੁੱਖੀ ਹੋਣ ਵਾਲਾ। ਉਹ ਕੇਸ ਇੱਕ ਬੜੀ ਵੱਡੀ ਮੂਵਮੈਂਟ ਸੀਗੀ ਜਿਹਦੇ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ। ਜੇ ਤੁਸੀਂ ਇਹ ਗੱਲ ਕਹੋ ਕਿ ਸਿੱਖ ਆਪਣੇ ਆਪ ਨੂੰ ਕਸੂਰਵਾਰ ਠਹਿਰਨ ਕਿ ਉਹਨੇ ਇੰਦਰਾ ਮਾਰੀ ਤੇ ਤਾਂ ਕਤਲ ਹੋਇਆ, ਫਿਰ ਰਾਜੀਵ ਗਾਂਧੀ ਮਾਰੇ ਤੇ ਕਤਲ ਕਿਉਂ ਨਹੀਂ ਹੋਏ? ਰਾਜੀਵ ਗਾਂਧੀ ਵੀ ਮਰਿਆ ਆ, ਔਰ ਉਸੇ ਬੀਬੀ ਦਾ ਉਹ ਬੇਟਾ ਸੀਗਾ, ਇਸੇ ਕੰਟਰੀ ਦਾ ਪ੍ਰਧਾਨ ਮੰਤਰੀ ਸੀ, ਤਾਂ ਇਸ ਸਟੇਟ ਦੇ ਵਿੱਚ ਹੀ ਉਹਦਾ ਕਤਲ ਹੁੰਦਾ ਹੈ। ਪਰ ਉੱਥੇ ਇਹ ਗੱਲ ਨਹੀਂ ਵਾਪਰਦੀ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਸਾਨੂੰ ਸਪੈਸ਼ਲੀ ਟਾਰਗੇਟ ਕੀਤਾ ਗਿਆ, ਔਰ ਜੇ ਇੰਦਰਾ ਨਾ ਵੀ ਮਾਰਦੀ ਤਾਂ ਵੀ ਇਹ ਘਟਨਾਵਾਂ ਵਾਪਰਨੀਆਂ ਸੀ, ਕਿਉਂਕਿ ਜਿਹੜਾ ਤੁਸੀਂ ਪੈਟਰਨ ਹੁੰਦਾ ਨਾ ਕਿਸੇ ਕਤਲਾਂ ਦਾ, ਉਹ ਸੇਮ ਸੀਗਾ। ਔਰ ਜਦੋਂ ਵੀ ਕਿਤੇ ਗੱਲ ਉਭਾਰੀ ਜਾਂਦੀ, ਇਹ ਕਿਹਾ ਜਾਂਦਾ ਕਿ ਦਿੱਲੀ ਦੰਗੇ, ਜਦੋਂ ਕਿ ਸਿੱਖਾਂ ਦਾ ਕਤਲ ਹੈ ਉਹ ਤੇ ਪੂਰੇ ਭਾਰਤ, ਪੰਜਾਬ ਨੂੰ ਛੱਡ ਕੇ ਸਾਰੇ ਭਾਰਤ 'ਚ ਹੋਇਆ ਆ। ਇੱਥੇ ਹੁੰਦਾ ਕਿ ਸਟੇਟ ਬੇਈਮਾਨ ਆ, ਮੁੱਕਰ ਰਹੀ ਆ। ਇਦੋਂ ਪਹਿਲਾਂ ਨਾ ਮੁਗਲ ਮੁੱਕਰੇ ਸੀ, ਨਾ ਅੰਗਰੇਜ਼ ਮੁੱਕਰੇ ਸੀ। ਉਹਨਾਂ ਸਾਨੂੰ ਮਾਰਿਆ ਤਾਂ ਉਹਨੇ ਕਿਹਾ ਅਸੀਂ ਮਾਰਿਆ ਆ। ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਪ੍ਰਾਈਮ ਮਿਨਿਸਟਰ ਜਾਂ ਜਿਹੜੀ ਪੋਲੀਟੀਕਲ ਲੌਬੀ, ਉਹ ਤਾਂ ਸਿਰਫ ਸਟੈਂਪਾਂ ਨੇ, ਡੀਪ ਸਟੇਟ ਚਲਾ ਰਹੀ ਹੈ। ਜੇ ਇੰਦਰਾ ਗਾਂਧੀ ਵਾਲਾ ਐਪੀਸੋਡ ਨਾ ਵੀ ਹੁੰਦਾ, ਤੁਹਾਨੂੰ ਲੱਗਦਾ ਫਿਰ ਵੀ ਜੈਨੋਸਾਈਡ ਹੋਣਾ ਸੀ? ਇਹ ਸਟੇਟ ਚਾਹੁੰਦੀ ਸੀ? ਬਿਲਕੁਲ ਚਾਹੁੰਦੀ ਸੀ, ਬਿਲਕੁਲ ਚਾਹੁੰਦੀ ਸੀ। ਮੈਂ ਤੁਹਾਨੂੰ, ਜਦੋਂ ਤੁਸੀਂ ਇੱਕ ਮਹਿਲ ਉਸਾਰ ਰਹੇ ਹੋ ਨਾ, ਇੱਕ ਮਹਿਲ ਉਸਾਰ ਰਹੇ ਹੋ ਤੇ ਤੁਹਾਨੂੰ ਲੱਗੇ ਵੀ ਆਹ ਜਿਹੜੀਆਂ ਇੱਟਾਂ ਨੇ ਇਹਦੇ ਨਾਲ ਮਹਿਲ ਡਿੱਗ ਸਕਦਾ ਆ, ਤਾਂ ਤੁਸੀਂ ਉਹ ਇੱਟਾਂ ਕਦੀ ਵੀ ਨਹੀਂ ਰਹਿਣ ਦਿਓਗੇ, ਕੱਢ ਦੋਗੇ। ਇਹ ਗੱਲ ਦਾ ਤੁਹਾਨੂੰ ਕਨਫਰਮ ਹੋ ਜੇ ਵੀ ਇਸ ਕੋਲੇ ਨਾਲ ਇਹ ਸਾਡਾ ਮਹਿਲ ਢਹਿ ਸਕਦਾ ਆ ਤੇ ਅਸੀਂ ਇੱਥੇ ਪੈਸਾ ਨਹੀਂ ਲਾਉਣਾ ਹੈਗਾ, ਪਹਿਲਾਂ ਇਹ ਕੋਨੇ ਦਾ ਇਲਾਜ ਕਰੀਏ। ਸਿੱਖ ਸਟੇਟ ਜਿਹੜੀ ਆ ਜਾਂ ਸਿੱਖ ਸਪਿਰਿਟ ਜਿਹੜਾ ਆ, ਉਹ ਬੜੇ ਚਿਰ ਤੋਂ ਲੜ ਰਿਹਾ ਵੀ ਸਾਡੇ ਨਾਲ ਇਨਸਾਫ ਨਹੀਂ ਹੋਇਆ, ਤਾਂ ਉਹ ਇਸ ਇੱਟ ਨੂੰ ਖੂੰਜੀ ਲਾਉਣਾ ਚਾਹੁੰਦੇ ਨੇ ਸਦਾ। ਜਿਹੜਾ ਇੰਡੀਆ ਦਾ ਨੇਸ਼ਨ, ਜਿਹੜੀ ਬਿਲਡਿੰਗ ਹੈ ਨਾ ਜੀ, ਉਹਦੇ ਵਿੱਚ ਬਾਕੀ ਚੀਜ਼ਾਂ ਨਹੀਂ। ਇਸ ਕੰਟਰੀ ਨੂੰ ਮੰਨਿਆ ਜਾਂਦਾ ਵੀ ਇਹ ਹਿੰਦੂਆਂ ਦਾ ਹੀ ਮੁਲਕ ਆ, ਬਾਕੀ ਲੋਕ ਜੇ ਰਹਿਣ ਤਾਂ ਸਾਡੀ ਜੁੱਤੀ ਥੱਲੇ ਰਹਿਣ, ਸਾਡੇ ਭੈ ਹੇਠ ਰਹਿਣ, ਨਹੀਂ ਤਾਂ ਉਹ ਆਜ਼ਾਦੀ ਦੀ ਗੱਲ ਨਹੀਂ ਕਰਨ। ਜੋ ਅਸੀਂ ਕਹੀਏ ਉਸ ਤਰੀਕੇ ਨਾਲ ਉਹ ਜ਼ਿੰਦਗੀ ਜਿਉਣ, ਜੋ ਅਸੀਂ ਕਾਨੂੰਨ ਘੜੀਏ ਉਹਦੇ ਤਹਿਤ ਹੀ ਉਹ ਜ਼ਿੰਦਗੀ ਜਿਉਣ। ਇਹ ਗੱਲ ਸਿੱਖਾਂ ਨੇ ਕਦੀ ਵੀ ਨਹੀਂ ਪ੍ਰਵਾਨ ਕਰਨੀ। ਉਹ ਉਹਨਾਂ ਦੇ ਬਲੱਡ 'ਚ ਹੀ ਨਹੀਂ ਹੈਗੀ ਕਿ ਉਹ ਨਾ, ਉਹਨਾਂ ਨੇ ਹਿੰਦੂਆਂ ਲਈ ਵੀ ਉਹੀ ਉਹਨਾਂ ਦਾ ਨਜ਼ਰੀਆ ਸੀ, ਮੁਸਲਮਾਨਾਂ ਲਈ ਵੀ ਉਹੀ ਨਜ਼ਰੀਆ ਸੀ। ਜੇ ਧੀ ਹਿੰਦੂ ਦੀ ਆ ਉਹਦੇ ਲਈ ਵੀ ਉਹਨਾਂ ਦਾ ਨਜ਼ਰੀਆ ਉਹੀ ਸੀ, ਜੇ ਮੁਸਲਮਾਨ ਦੀ ਹੈ ਤਾਂ ਉਹਦੇ ਲਈ। ਪਰ ਇਹਦੇ ਵਿੱਚ ਅੱਜ ਕੱਲ੍ਹ ਮੌਜੂਦਾ ਬਹੁਤ ਸਾਰੇ ਲੋਕਾਂ ਨਾਲ ਮੇਰੀ ਵੀ ਚਰਚਾ ਰਹਿੰਦੀ ਹੈ। ਉਹ ਕਹਿੰਦੇ ਕਿ ਤੁਸੀਂ ਮੁਸਲਮਾਨ ਕੌਮ ਲਈ ਵੱਧ ਪਿਆਰ ਦਿਖਾਉਣ ਲੱਗ ਗਏ ਹੋ, ਔਰ ਜਿਹੜੇ ਮੁਲਕ 'ਚ ਰਹਿੰਦੇ ਹੋ ਉੱਥੇ ਜਿਹੜਾ ਤੁਹਾਡਾ ਮੈਜੋਰਟੀ 'ਚ ਭਰਾ ਬੈਠਾ ਹੈ ਉਹਦੇ ਪ੍ਰਤੀ ਤੁਹਾਡਾ ਪਿਆਰ ਘੱਟ ਗਿਆ, ਪਾਕਿਸਤਾਨ ਵੱਲ ਤੁਹਾਡਾ ਪਿਆਰ ਵੱਧਦਾ ਜਾਂਦਾ। ਇਹ ਜਿਹੜੀ ਗੱਲ ਆ, ਇਹ ਸੁਭਾਵਿਕ ਹੋਣੀ ਹੁੰਦੀ ਆ, ਕਿਉਂਕਿ ਜਿਹੜਾ ਬੰਦਾ ਪੋਲੀਟੀਕਲ ਤੌਰ ਤੇ ਅਵੇਅਰ ਨਹੀਂ ਹੈਗਾ ਜੀ, ਉਹ ਕੌਮਾਂ ਫਿਰ ਜਿਉਣਗੀਆਂ ਕਿਵੇਂ?
ਹੁਣ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਭਰਾ, ਉਹਨਾਂ ਭਰਾਵਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਲਈ ਫੌਜ ਨੂੰ ਸੱਦਾ ਦਿੱਤਾ, ਮਾਰਚ ਕੱਢੇ, ਭੁੱਖ ਹੜਤਾਲਾਂ ਰੱਖੀਆਂ। ਬਰਾਬਰ ਦੀ ਧਿਰ ਜਿਹੜੀ ਅੱਜ ਬੀਜੇਪੀ ਆ, ਉਹਨਾਂ ਨੇ ਪਰ ਕੀ ਬੀਜੇਪੀ ਪੂਰੇ ਹਿੰਦੂਇਜ਼ਮ ਨੂੰ ਜਾਂ ਹਿੰਦੂ ਧਰਮ ਨੂੰ ਰਿਪਰੈਜ਼ੈਂਟ ਕਰਦੀ ਹੈ? ਨਹੀਂ, ਪੂਰੇ ਹਿੰਦੂ ਧਰਮ ਨੂੰ ਤਾਂ ਕੋਈ ਨਹੀਂ, ਪਰ ਬਹੁ ਗਿਣਤੀ ਜਿਹਦੇ 100 ਚੋਂ ਆਪਾਂ 70-80 ਦੀ ਰੇਸ਼ੋ ਵੀ ਕੱਢ ਲਈਏ ਤਾਂ ਜਿਹੜੀ ਸਟੇਟ ਰਾਜ ਕਰ ਰਹੀ ਹੁੰਦੀ ਉਹਦੇ ਥੱਲੇ ਬੜਾ ਕੁਝ ਹੁੰਦਾ ਆ। ਤਾਂ ਉਹਨਾਂ ਇੱਕ ਕਹਿੰਦੀ ਸੀ ਅਸੀਂ ਕਰਨਾ, ਦੂਜੇ ਕਹਿੰਦੇ ਤੁਸੀਂ ਲੇਟ ਹੋ ਰਹੇ ਹੋ, ਤੁਸੀਂ ਲੇਟ ਹੋ ਰਹੇ ਹੋ, ਛੇਤੀ ਕਰੋ। ਜਦੋਂ ਇਹ ਗੱਲ ਹੁੰਦੀ ਆ ਫਿਰ ਬੰਦਾ ਕੀ ਸੋਚਦਾ? ਇਹਦੇ 'ਚ ਤਾਂ ਫਿਰ ਕਾਮਯਾਬ ਹੁੰਦੀ ਹੈ ਬੀਜੇਪੀ। ਅੱਜ ਦੇਸ਼ 'ਚ ਇਹ ਚਰਚਾ ਕਰ ਰਹੀ ਹੈ ਕਿ ਬੀਜੇਪੀ ਨੂੰ ਹਿੰਦੂਇਜ਼ਮ ਦਾ ਸਿਨੋਨਿਮ ਮੰਨਿਆ ਜਾਵੇ, ਕਿ ਬੀਜੇਪੀ ਮਤਲਬ ਹਿੰਦੂ। ਤੇ ਜਦੋਂ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਬੀਜੇਪੀ ਨੂੰ ਕਿ ਜੇ ਬੀਜੇਪੀ ਨੇ ਲੱਡੂ ਵੰਡੇ ਜਾਂ ਬੀਜੇਪੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਾਂ 'ਚ ਭੂਮਿਕਾ ਨਿਭਾਈ, ਤਾਂ ਇਹਦਾ ਮਤਲਬ ਕਿ ਹਿੰਦੂ ਨੇ ਭੂਮਿਕਾ ਨਿਭਾਈ, ਇਹ ਤਾਂ ਫਿਰ ਉਹ ਆਪਦੀ ਗੱਲ 'ਚ ਕਾਮਯਾਬ ਹੋ ਜਾਂਦੇ। ਇਹੀ ਤਾਂ ਉਹ ਚਾਹੁੰਦੇ ਸੀਗੇ ਕਿ ਉਹ ਇਹ ਪ੍ਰੂਵ ਕਰਨ ਪੂਰੇ ਦੇਸ਼ ਨੂੰ, ਕਹਿਣ ਔਰ ਇੱਕ ਦੇਸ਼ ਦੇ ਹਰੇਕ ਨਾਗਰਿਕ ਨੂੰ ਕਿ ਬੀਜੇਪੀ ਦਾ ਮਤਲਬ ਹਿੰਦੂ ਹੈ। ਬਿਲਕੁਲ ਉਹ ਕਾਮਯਾਬ ਹੋ ਰਹੇ ਨੇ। ਤੇ ਇੱਥੇ ਸਾਨੂੰ ਜਿਹੜੀਆਂ ਸਾਡੀਆਂ ਖੇਤਰੀ ਪਾਰਟੀਆਂ ਸੀਗੀਆਂ, ਉਹਨਾਂ ਨੇ ਆਪਣੇ ਲਾਲਚ, ਆਪਣੇ ਘਰ ਚਲਾਉਣ ਲਈ ਬਹੁਤ ਕੁਝ ਪੰਜਾਬ ਦਾ ਤੇ ਸਿੱਖਾਂ ਦਾ ਡੈਮੇਜ ਕੀਤਾ ਆ, ਬਹੁਤ ਕੁਝ ਖਤਮ ਕੀਤਾ ਇੱਥੇ। ਕਿਉਂਕਿ ਪੈਰਲਰ ਜੇ ਕੋਈ ਖੜਾ ਵੀ ਹੋਇਆ ਤਾਂ ਉਹਨੇ ਸਟੇਟ ਨਾਲ ਹੀ ਜਾ ਕੇ ਹੱਥ ਮਿਲਾ ਲਿਆ। ਜਦੋਂ ਕਿ ਬੀਜੇਪੀ ਤੇ ਕਾਂਗਰਸ ਦੇ ਵਿੱਚ ਜਦੋਂ ਸਿੱਖ ਫਰਕ ਨਹੀਂ ਰੱਖਦੇ ਆ ਵੀ ਉਹ ਹੋਰ ਹੈ ਤੇ ਇਹ ਹੋਰ ਆ, ਉੱਥੇ ਹੀ ਸਾਡੀ ਪ੍ਰੋਬਲਮ ਆ। ਇਹ ਗੱਲ ਬਿਲਕੁਲ ਉਹ ਇਸ ਗੱਲ 'ਚ ਕਾਮਯਾਬ ਹੋਏ ਨੇ, ਔਰ ਇਹ ਦੱਸ ਰਹੇ ਨੇ ਕਿ ਹਿੰਦੂ ਹੀ ਇਹ ਕੰਟਰੀ ਦਾ ਮਾਲਕ ਹੈ, ਇਸ ਨੇਸ਼ਨ ਬਿਲਡਿੰਗ ਦਾ ਮਾਲਕ ਹਿੰਦੂ ਆ। ਤੁਹਾਡੀ ਇੱਥੇ ਕੋਈ ਵਜੂਦ ਨਹੀਂ। ਜੇ ਤੁਸੀਂ ਆਪਣੇ ਵਜੂਦ ਨੂੰ ਦਿਖਾਉਣ ਦੀ ਕੋਸ਼ਿਸ਼ ਕਰੋਗੇ ਤੇ ਭੰਨ ਦਿਆਂਗੇ ਤੁਹਾਨੂੰ। ਇਹ ਗੱਲ ਤਾਂ ਉਹਨੇ ਕਹੀ ਹੈ, ਧੱਕੇ ਨਾਲ ਵੀ ਮਾਰ ਦਿਆਂਗੇ ਉਹਨਾਂ ਨੇ ਸ਼ਰੇਆਮ। ਔਰ ਅੱਜ ਵੀ ਜਿਹੜੀਆਂ ਆਵਾਜ਼ਾਂ ਆਉਂਦੀਆਂ ਨੇ ਨਾ, ਤੁਸੀਂ ਸੂਰੀ ਦੇ ਕਤਲ ਤੋਂ ਬਾਅਦ ਇੱਕਦਮ ਜਿਹੜੀ ਆਵਾਜ਼ ਆਈ ਆ ਕਿ ਘਰਾਂ ਚੋਂ ਕੱਢ ਕੇ ਮਾਰਾਂਗੇ, ਇਹ ਆਵਾਜ਼ ਤੁਹਾਨੂੰ ਕੀ ਲੱਗਦਾ ਸੁੱਤੇ ਸਿੱਧ ਨਿਕਲੀ ਆ? ਇਹ ਕਿਤੇ ਨਾ ਕਿਤੇ ਪਰੇ ਪਈ ਆ ਉਹਨਾਂ ਦੇ ਮਨਾਂ 'ਚ ਵੀ ਇਹ ਲੋਕ ਮਤਲਬ ਕੌਣ ਨੇ? ਇਹ ਲੋਕ, ਇਹ ਉਹਨਾਂ ਦੇ ਬਹੁ ਗਿਣਤੀ ਦਿਮਾਗ 'ਚ ਇਹ ਗੱਲਾਂ ਹੈਗੀਆਂ ਨੇ। ਪਰ ਕੀ ਇਹ ਐਕਸੈਪਟੇਬਿਲਿਟੀ ਨੂੰ ਨਹੀਂ ਮੰਨਦੇ? ਜੇ ਅੱਜ ਤੁਸੀਂ ਤੇ ਮੈਂ ਬਹਿ ਕੇ ਇਸ ਇਸ਼ੂ ਦੇ ਉੱਤੇ ਚਰਚਾ ਕਰ ਰਹੇ ਹਾਂ, ਸ਼ਰੇਆਮ ਆਪਾਂ ਇਹ ਇੰਟਰਵਿਊ ਚਲਾਉਂਦੇ ਹਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਸ਼ਰੇਆਮ ਖਾਲਿਸਤਾਨ ਦੀ ਗੱਲ ਕਰਦੇ ਹੋ, ਚੁਣ ਕੇ ਜਾ ਕੇ ਪਾਰਲੀਮੈਂਟ 'ਚ ਬਹਿੰਦੇ ਹੈ, ਤਾਂ ਕੀ ਇਹ ਟੋਲਰੈਂਸ ਨਹੀਂ ਹੈ? ਨਹੀਂ, ਇੱਦਾਂ ਨਹੀਂ ਗੱਲ ਹੈਗੀ। ਜੇ ਇਹ ਇੱਦਾਂ ਆ ਤੇ ਫਿਰ ਹਿੰਦੁਸਤਾਨ ਵੀ ਉੱਦਾਂ ਹੀ ਆ, ਫਿਰ ਹਿੰਦੂ ਹਿੰਦੁਸਤਾਨ ਵੀ ਉਵੇਂ ਹੀ ਆ। ਤੁਸੀਂ ਜਿਹੜੀ ਸਿਮਰਜੀਤ ਸਿੰਘ ਮਾਨ ਵਾਲੀ ਗੱਲ ਆ, ਉਹ ਤਾਂ ਇੱਕ ਇਲੈਕਟਿਡ ਬਾਡੀ 'ਚੋਂ ਚੁਣ ਕੇ ਗਏ ਨੇ ਨਾ, ਚੁਣ ਕੇ ਗਏ ਨੇ, ਉਹਨਾਂ ਨੂੰ ਇਸ ਵੋਟਾਂ ਰਾਹੀਂ ਚੁਣਿਆ ਗਿਆ। ਹਾਲਾਂਕਿ ਮੈਂ ਭਾਵੇਂ ਵਿਸ਼ਵਾਸ ਨਹੀਂ ਰੱਖਦਾ ਇਸ ਗੱਲ 'ਚ, ਮੈਨੂੰ ਪਤਾ ਵੀ ਕਿਤੇ ਜਾ ਕੇ ਇਹਦਾ ਕੋਈ ਵੈਲਿਊ ਨਹੀਂ ਹੈਗੀ। ਅੱਜ ਚਾਹੇ ਸਟੇਟ ਦਾ ਕੋਈ ਮੁੱਖ ਮੰਤਰੀ ਜਿਹੜਾ ਮਰਜ਼ੀ ਆਪਣੀ ਮਰਜ਼ੀ ਨਾਲ ਤਾਂ ਕਿਸੇ ਸਰਪੰਚ ਨੂੰ ਨਹੀਂ ਬਦਲ ਸਕਦੇ, ਉਹਦੀ ਪਾਵਰਲੈਸ ਹੋ ਗਈਆਂ ਸਟੇਟਾਂ, ਹੈ ਨਾ ਜੀ। ਸੋ ਇਹ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਕਿਸੇ ਆਪਾਂ ਸਿਮਰਨਜੀਤ ਮਾਨ ਦੀ ਚਰਚਾ ਕੀਤੀ ਕਿ ਕੀ ਸਟੇਟ ਦੀ ਇਹ ਟੋਲਰੈਂਸ ਨਹੀਂ ਹੈ ਕਿ ਸਟੇਟ ਸਾਡੀ ਇਸ ਗੱਲ ਨੂੰ ਬਰਦਾਸ਼ਤ ਕਰ ਰਿਹਾ? ਅੱਜ ਸਟੇਟ ਹਰ ਰੋਜ਼ ਸਾਡੇ ਤੋਂ ਇਹ ਗੱਲ ਸੁਣ ਰਿਹਾ, ਤਾਂ ਤੁਹਾਨੂੰ ਤੇ ਮੈਨੂੰ ਐਲੀਮੀਨੇਟ ਨਹੀਂ ਕੀਤਾ। ਨਹੀਂ, ਮੈਂ ਤੁਹਾਨੂੰ ਉੱਥੇ ਦੱਸਦਾ, ਕਰਨਗੇ ਉਦੋਂ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਇਹ ਇਸ ਗੱਲ ਲਈ ਉਭਾਰ ਰਹੇ ਨੇ। ਜਦੋਂ ਉਹਨਾਂ ਨੂੰ ਪਤਾ ਵੀ ਅਜੇ ਤੱਕ ਸਾਡੇ ਇਹ ਚੀਜ਼ ਉਹਨਾਂ ਨੂੰ ਚਾਹੀਦੀ ਆ, ਇਹ ਚੱਲੂਗੀ, ਤਾਂ ਉਹ ਦੂਜਿਆਂ ਨੂੰ ਕਹਿਣਗੇ ਵੀ ਇਹ ਗਲਤ ਨੇ। ਜੇ ਇਹ ਚੱਲੀ ਹੋਈ ਨਾ ਤਾਂ ਫਿਰ ਸਾਨੂੰ ਮਾਰਨਗੇ ਕਿਵੇਂ? ਮੈਂ ਚਾਹੁੰਦਾ ਵੀ ਖਾਲਿਸਤਾਨ ਦੀ ਉਸ ਲੈਵਲ ਦੇ ਉੱਤੇ ਜਿਹੜੀ ਸਪੀਚ ਆ ਉਹ ਭਾਵੇਂ ਘੱਟ ਕੀਤੀ ਹੈ, ਤੁਸੀਂ ਆਪਣੇ ਮੁਲਕ ਲਈ ਕੰਮ ਕਰੋ। ਜੇ ਉਸ ਮੁਲਕ ਨੂੰ ਬਣਾਉਣਾ, ਉਹਦੇ ਲਈ ਗਾਰੇ ਇੱਟਾਂ ਦਾ ਪ੍ਰਬੰਧ ਕਰੋ, ਉਹਦੇ ਲਈ ਇੱਕ ਚੰਗਾ ਸਮਾਜ ਸਿਰਜੋ। ਜਿਸ ਮੁਲਕ ਨੂੰ ਤੁਸੀਂ ਬਣਾਉਣਾ ਆ, ਤੁਸੀਂ ਉਸ ਲੈਵਲ ਦਾ ਵੇਖੋ। ਜੇ ਆਪਾਂ ਬਹੁਤ ਜ਼ਿਆਦਾ ਰੌਲਾ ਪਾ ਕੇ ਆਪਣੇ ਬੰਦੇ ਵੀ ਮਰਵਾ ਲੈਂਦੇ ਹਾਂ, ਕਿਤੇ ਨਾ ਕਿਤੇ ਸਾਨੂੰ ਨੀਤੀ 'ਚ ਕੁਛ ਬਦਲਾਅ ਲਿਆਉਣੇ ਪੈਣਗੇ ਜੇ ਅਸੀਂ ਆਪਣੇ ਮੁਲਕ ਲਈ ਕੁਛ ਕੰਮ ਕਰਨਾ ਆ। ਅਸੀਂ ਮੁਲਕ ਦੀ ਮੰਗ ਕਦੋਂ ਕੀਤੀ ਹੈ? ਇਹ ਗੱਲ ਬਹੁਤ ਮਹੱਤਵਪੂਰਨ ਆ ਕਿ ਅਸੀਂ ਮੰਗ ਕਦੋਂ ਕਰਦੇ ਹਾਂ। ਇਹ ਠੀਕ ਸਮਾਂ ਨਹੀਂ ਹੈ? ਨਹੀਂ, ਸਮਾਂ ਤਾਂ ਸਦਾ ਜਿਹੜੀ ਕੌਮ ਗੁਲਾਮੀ 'ਚ ਹੁੰਦੀ ਹੈ ਨਾ, ਉਹਦੇ ਲਈ ਸਮਾਂ ਨਹੀਂ ਵੇਖਿਆ ਜਾਂਦਾ। ਉਹ ਤਾਂ ਆਪਣੀ ਗੱਲ ਉਹਨੂੰ ਕਰਨੀ ਚਾਹੀਦੀ ਆ ਸਦਾ ਹੀ। ਔਰ ਗੱਲ ਇਹ ਨਿਕਲੀ ਕਿੱਥੋਂ ਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਫੌਜ ਵੜਨ ਤੋਂ ਪਹਿਲਾਂ ਕਦੀ ਵੀ ਵੱਖਰੀ ਸਟੇਟ ਦੀ ਮੰਗ ਨਹੀਂ ਸੀ ਕੀਤੀ ਸਿੱਖਾਂ ਨੇ। ਸਿੱਖ ਨਾਲ ਰਹਿਣਾ ਚਾਹੁੰਦੇ ਸੀ, ਸਿੱਖ ਆਪਣੇ ਹੱਕ ਮੰਗਦੇ ਸੀਗੇ, ਠੀਕ ਹੈ ਜੀ। ਉਹਨਾਂ ਜਦੋਂ ਇਹ ਗੱਲ ਪ੍ਰਵਾਨ ਨਹੀਂ ਚੜੀ ਤਾਂ ਧੱਕੇ ਨਾਲ ਉਹਨਾਂ ਨੇ ਜਿਹੜਾ ਸਿੱਖਾਂ ਦਾ ਇੱਕ ਤੀਰਥ ਸਥਾਨ ਸੀ ਉੱਤੇ ਹਮਲਾ, ਉੱਤੇ ਇਕੱਲੇ ਤੇ ਨਹੀਂ ਕੀਤਾ, 37 ਹੋਰ ਥਾਵਾਂ ਦੇ ਉੱਤੇ ਹਮਲਾ ਕਰ ਦਿੱਤਾ। ਸਿੱਖਾਂ ਨੂੰ ਮਹਿਸੂਸ ਕਰਾਤਾ ਕਿ ਅਸੀਂ ਇਸ ਮੁਲਕ ਦੇ ਵਾਸੀ ਕਿਵੇਂ ਹੋ ਸਕਣੇ ਆ ਜੇ ਸਾਡੇ ਨਾਲ ਆ ਕੁਛ ਹੋਇਆ। ਵਿਗਿਆਨਗੀ ਦਾ ਅਹਿਸਾਸ ਸਟੇਟ ਨੇ ਕਰਾਇਆ ਸਿੱਖਾਂ ਨੇ। ਜੇ ਸਿੱਖ ਵਿਗਿਆਨਗੀ ਦਾ ਅਹਿਸਾਸ ਕਰਾਉਂਦੇ ਤੇ ਆਰਮੀ 'ਚ ਕੀ ਕਰਨ ਜਾਂਦੇ ਜੀ? ਆਰਮੀ
ਸਟੇਟ ਨੂੰ ਬਚਾਉਂਦੀ ਹੈ ਨਾ ਜੀ, ਹੱਦਾਂ ਸਰਹੱਦਾਂ ਦੀ ਰਾਖੀ ਕਰਦੀ ਆ। ਅਜੇ ਵੀ ਬਹੁ ਗਿਣਤੀ ਸਿੱਖਾਂ ਦੀ ਜਿਹੜੀ ਆ ਉਹ ਸਟੇਟ ਲਈ ਕੰਮ ਕਰ ਰਹੀ ਹੈ। ਤੁਸੀਂ ਦੇਖੋ ਕਿਤੇ ਨਾ ਕਿਤੇ ਸਿੱਖਾਂ ਨੇ ਇਸ ਮੁਲਕ ਨੂੰ ਆਪਣਾ ਮੁਲਕ ਤਾਂ ਮੰਨ ਕੇ ਇਹ ਤੇ ਸਹਿਮਤੀ ਪ੍ਰਗਟ ਕੀਤੀ ਨਹੀਂ। ਪਾਕਿਸਤਾਨ 'ਚ ਹੁੰਦੇ ਸਿੱਖ, ਜਿੱਦਾਂ ਜਿਨਾਹ ਨੇ ਕਿਹਾ ਸੀ ਤੁਸੀਂ ਸਾਡੇ ਨਾਲ ਆਓ, ਉੱਧਰ ਚੱਲ ਜਾਂਦੇ, ਪਰ ਸਿੱਖਾਂ ਨੇ ਇਹਨਾਂ ਨੂੰ ਚੁਣਿਆ ਕਿ ਨਹੀਂ ਅਸੀਂ ਤੁਹਾਡੇ ਨਾਲ ਰਹਿਣਾ ਆ। ਇਹ ਵੀ ਗੱਲ ਆਉਂਦੀ ਹੈ ਕਿ ਇੱਥੇ ਜੋ ਸਿੱਖਾਂ ਦੇ ਹਾਲਾਤ ਨੇ ਉਹਦਾ ਕਦੇ ਪਾਕਿਸਤਾਨ 'ਚ ਸਿੱਖਾਂ ਦੇ ਹਾਲਾਤ ਨਾਲ ਕੰਪੈਰੀਜ਼ਨ ਨਹੀਂ ਹੁੰਦਾ। ਇਹ ਬਹੁਤ, ਜਿਵੇਂ ਮੈਂ ਕਿਹਾ ਕਿ ਸਿੱਖ ਉੱਧਰ ਨੂੰ ਇਨਕਲਾਈਨ ਜੇ ਜ਼ਿਆਦਾ ਹੁੰਦੇ ਹੈ ਜਾਂ ਮੁਸਲਿਮ ਕੌਮ ਵੱਲ ਜ਼ਿਆਦਾ ਇਨਕਲਾਈਨ ਨੇ, ਤਾਂ ਅੱਜ ਪਾਕਿਸਤਾਨ ਦੇ ਵਿੱਚ ਜੋ ਸਿੱਖਾਂ ਦੇ ਹਾਲਾਤ ਨੇ ਕੋਈ ਖੁੱਲ੍ਹ ਕੇ ਉਸ ਬਾਰੇ ਕਿਉਂ ਨਹੀਂ ਬੋਲਦਾ? ਦੇਖੋ ਮੈਂ ਬੜੀ ਵਾਰੀ ਪਹਿਲਾਂ ਵੀ ਕਿਹਾ ਆ, ਹਿੱਤਾਂ ਤੇ ਹੁੰਦਾ ਆ ਸਭ ਕੁਛ, ਕੋਈ ਕਿਸੇ ਦਾ ਇੱਥੇ ਸੱਕਾ ਨਹੀਂ ਹੈਗਾ। ਇਹ ਗੱਲ ਮੈਂ ਓਪਨਲੀ ਕਹਿ ਸਕਦਾ ਔਰ ਮੈਂ ਕਹਿ ਰਿਹਾ ਕਿ ਸਭ ਦੇ ਹਿੱਤ ਨੇ ਇੱਥੇ। ਸਾਡੇ ਹਿੱਤ ਇਹ ਨੇ ਕਿ ਇਹ ਸਾਨੂੰ ਮਾਰ ਰਹੇ ਨੇ ਅਤੇ ਤੁਸੀਂ ਸਾਡੀ ਸਪੋਰਟ ਕਰ ਰਹੇ ਹੋ, ਅਤੇ ਸਾਨੂੰ ਸਪੋਰਟ ਜਿੱਥੋਂ ਮਿਲਦੀ ਆ ਉੱਥੋਂ ਉਹ ਸਪੋਰਟ ਲਊਗਾ, ਚਾਹੇ ਉਹ ਮੁਸਲਮਾਨ ਹੋਏ, ਚਾਹੇ ਹਿੰਦੂ ਹੋਏ, ਚਾਹੇ ਉਹ ਕ੍ਰਿਸਚਨ ਹੋਏ, ਕੋਈ ਵੀ ਹੋਏ। ਮੈਂ ਮਤਲਬ ਕਿਸੇ ਇੱਕ ਮੁਲਕ ਦੀ ਗੱਲ ਨਹੀਂ ਕਰ ਰਿਹਾ। ਸਾਨੂੰ ਇਸ ਗੱਲ ਲਈ ਜਦੋਂ ਅਸੀਂ ਮਰ ਰਹੇ ਹਾਂ, ਸਾਡੇ 'ਤੇ ਕੋਈ ਹਮਲਾ ਕਰ ਰਿਹਾ ਆ, ਅਤੇ ਜਿਹੜਾ ਫਿਰ ਸਾਨੂੰ ਪਾਣੀ ਦੀ ਘੁੱਟ ਪੁੱਛੇਗਾ ਉਹਦੇ ਨਾਲ ਹਮਦਰਦੀ ਆਟੋਮੈਟਿਕ ਹੀ ਹੋ ਜਾਂਦੀ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ ਪਰ ਹੁੰਦੀ। ਭਾਵੇਂ ਉਹ ਅਸਲ ਰੂਪ 'ਚ ਤੁਹਾਡਾ ਹਮਦਰਦ ਹੈ ਕਿ ਨਹੀਂ ਹੈ, ਉਹਦੇ ਆਪਦੇ ਹਿੱਤ ਨੇ ਤੁਹਾਨੂੰ ਸਪੋਰਟ ਕਰਨ ਦੇ। ਬਿਲਕੁਲ ਹਿੱਤ ਨੇ। ਹੁਣ ਮੁਗਲ ਕਿਹੜਾ ਸਾਡੇ ਸਪੋਰਟਰ ਸੀਗੇ? ਮੁਗਲਾਂ ਨਾਲ ਵੀ ਸੰਧੀਆਂ ਹੋਈਆਂ, ਅੰਗਰੇਜ਼ਾਂ ਨਾਲ ਵੀ ਹੋਈਆਂ। ਅੰਗਰੇਜ਼ਾਂ ਨੇ ਇਹ ਖਤਮ ਕਰਤਾ, ਸਾਡੀ ਭਾਸ਼ਾ ਤੱਕ ਨੂੰ ਪੈ ਗਏ, ਸਾਡੇ ਇਤਿਹਾਸ ਨੂੰ ਪੈ ਗਏ। ਹੁਣ ਸੰਤ ਪਿੰਡ ਵਾਲਿਆਂ ਨੂੰ ਤਾਂ ਇਹਨਾਂ ਨੇ ਕਹਿ ਦਿੱਤਾ ਵੀ ਟੈਰਰਿਸਟ ਦੀ ਮਾਰ 'ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਸੀਗੀ ਉਹ ਕਿਉਂ ਲੁੱਟੀ ਗਈ, ਕਿਉਂ ਸਾੜੀ ਗਈ? ਵੇਖੋ ਕਿਤੇ ਨਾ ਕਿਤੇ ਜਦੋਂ ਆਪਾਂ ਡੀਪਲੀ ਜਾਵਾਂਗੇ ਨਾ ਤਾਂ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਸਿੱਖ ਤਾਂ ਬੇਗਾਨਗੀ ਦਾ ਅਹਿਸਾਸ ਉਹਨਾਂ ਨੂੰ ਤਾਂ ਕਹਿੰਦੇ ਸਾਨੂੰ ਸਾਡਾ ਮੁਲਕ ਚਾਹੀਦਾ ਆ। ਅਤੇ ਜਿਹੜੀ ਗੱਲ ਹਿੱਤਾਂ ਦੀ ਕਰ ਰਹੇ ਆ ਇਹ ਸਦਾ ਰਹੀ ਆ। ਜਦੋਂ ਮਹਾਰਾਜ ਨੇ ਕਿਹਾ ਤੁਸੀਂ ਸਤਲੁਜ ਤੋਂ ਪਾਰ ਰਹੋ, ਅਸੀਂ ਇੱਧਰ ਰਹਾਂਗੇ, ਉਹਨਾਂ ਨੂੰ ਪਤਾ ਸੀ ਇੱਕ ਪਾਸੇ ਮੁਗਲ ਨੇ, ਦੂਜੇ ਪਾਸੇ ਅੰਗਰੇਜ਼ ਆ, ਦੋਵਾਂ ਨਾਲ ਲੜਾਈ ਲੜ ਕੇ ਅਸੀਂ ਲਾਹੌਰ ਵੀ ਜਾਂਦਾ ਰਹੂਗਾ। ਮੇਰਾ ਸਵਾਲ ਇਹ ਸੀ ਕਿ ਜਿਹੜੇ ਬੰਦੇ ਅੱਜ ਇਹ ਕਹਿੰਦੇ ਆ ਕਿ ਇੱਥੇ ਸਾਡੇ ਨਾਲ ਜੈਨੋਸਾਈਡ ਹੋਇਆ, ਸਾਡੀ ਕੌਮ ਦੇ ਨਾਲ ਇੱਥੇ ਮਾਈਨੋਰਿਟੀ ਦੇ ਵਿੱਚ ਹਾਲਾਤ ਚੰਗੇ ਨਹੀਂ ਹੈ, ਉਹ ਕਦੇ ਕਿਉਂ ਨਹੀਂ ਕਹਿੰਦੇ ਕਿ ਪਾਕਿਸਤਾਨ 'ਚ ਬੈਠੇ ਸਿੱਖਾਂ ਦੀ ਗਿਣਤੀ ਜਿਹੜੀ 2 ਲੱਖ ਦੇ ਕਰੀਬ ਸੀ ਅੱਜ ਉਹ 10,000 ਦੇ ਕਰੀਬ ਰਹਿ ਗਈ? ਉੱਥੇ ਧੀਆਂ ਦੇ ਨਾਲ ਬੇਪਤੀ ਉੱਥੇ ਵੀ ਹੁੰਦੀ ਹੈ, ਉੱਥੇ ਰੇਪ ਕੀਤੇ ਜਾ ਰਹੇ ਹੈ, ਕਨਵਰਟ ਕੀਤਾ ਜਾ ਰਿਹਾ ਹੈ, ਔਰ ਚੁਣ ਕੇ ਕਨਵਰਟ ਕੀਤਾ ਜਾਂਦਾ ਹੈ ਵੀ ਇਹ ਸਰਦਾਰ ਦੀ ਕੁੜੀ ਹੈ ਤਾਂ ਇਹਦੇ ਨਾਲ ਨਿਕਾਹ ਕਰਾ ਕੇ ਤੇ ਇਹਨੂੰ ਮੁਸਲਮਾਨ ਬਣਾ ਦੇਣਾ। ਉਦੋਂ ਉਹ ਚੁੱਪੀ ਕਿਉਂ ਧਾਰੀ ਜਾਂਦੀ ਹੈ? ਹਾਂ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਨਹੀਂ ਧਾਰਨੀ ਚਾਹੀਦੀ ਚੁੱਪੀ। ਜੇ ਇੱਦਾਂ ਦੀ ਗੱਲ ਹੋਈ ਹੈ ਜਾਂ ਹੋ ਰਹੀ ਆ ਤਾਂ ਇਹਦੇ ਉੱਤੇ ਗੱਡ ਕੇ ਬੋਲਣਾ ਚਾਹੀਦਾ, ਚਾਹੇ ਉਹ ਕਿਤੇ ਵੀ ਹੁੰਦੀ ਹੋਏ। ਜਿੱਥੇ ਅਣਖਾਂ ਇੱਜ਼ਤਾਂ ਦੀ ਗੱਲ ਹੈ ਉੱਥੇ ਸਾਡੇ ਲਈ ਕੋਈ ਅਮਰੀਕਾ, ਕੋਈ ਪਾਕਿਸਤਾਨ ਕੁਛ ਨਹੀਂ ਹੈਗਾ। ਉੱਥੇ ਸਾਨੂੰ ਗੱਡ ਕੇ, ਹਾਂ ਜੇ ਹਕੂਮਤ, ਇੱਕ ਅਵਾਮ ਹੁੰਦਾ, ਇੱਕ ਹਕੂਮਤ ਹੁੰਦੀ ਹੈ। ਮੰਨ ਲਓ ਥੱਲੇ ਅਵਾਮ ਕੋਈ ਗੜਬੜ ਕਰਦਾ ਪਰ ਹਕੂਮਤ ਇੱਕ ਧਿਰ ਦੀ ਸਪੋਰਟ ਕਰਦੀ ਆ, ਤਾਂ ਫਿਰ ਸਾਨੂੰ ਗੱਡ ਕੇ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਪਾਕਿਸਤਾਨ ਦੇ ਵਿੱਚ 1984 ਤੋਂ ਪਹਿਲਾਂ ਇਹ ਕੋਈ ਇੱਦਾਂ ਦੀ ਡਿਵੀਜ਼ਨ ਨਹੀਂ ਸੀ। ਸਿੱਖ ਤੇ ਹਿੰਦੂ ਇੱਕੋ ਕੈਟਾਗਰੀ ਉਹ ਸਮਝਦੇ ਸੀਗੇ ਵੀ ਸਿੱਖ ਹਿੰਦੂ ਹੀ ਨੇ ਤੇ ਇੱਕ ਉਹਨਾਂ ਨੇ ਦਾੜੀ ਰੱਖੀ ਹੈ ਤੇ ਇਹ ਦੂਜੇ ਨੇ, ਹੋਰ ਕੋਈ ਮਤਲਬ ਨਹੀਂ ਹੈਗਾ। 1984 ਤੋਂ ਬਾਅਦ ਲਗਭਗ 70% ਜਿਹੜੀ ਇਸਲਾਮਿਕ ਕੰਟਰੀਆਂ ਸੀ ਉਹਨਾਂ ਨੇ ਸਮਝ ਲੱਗ ਗਈ ਵੀ ਇਹਨਾਂ ਦੇ ਉਹਨਾਂ ਦੇ ਮੱਕੇ 'ਤੇ ਹਮਲਾ ਕਰ ਦਿੱਤਾ, ਇਹ ਕੋਈ ਵੱਖਰੀ ਗੱਲ ਆ। ਜਿੱਥੋਂ ਉਹਨਾਂ ਨੂੰ ਸਮਝ ਲੱਗੀ ਆ, ਤਾਂ ਅਜੇ ਵੀ 20-25% ਉੱਥੇ ਲੋਕ ਜਿਹੜੇ ਨੇ ਉਹ ਇਸ ਗੱਲ 'ਚ ਫਰਕ ਨਹੀਂ ਕਰ ਰਹੇ। ਉਹਨਾਂ ਨੂੰ ਲੱਗਦਾ ਵੀ ਇਹ ਕਾਫਰ ਹੀ ਨੇ ਸਾਰੇ ਤੇ ਇਹਨਾਂ ਦੇ ਉੱਤੇ ਜ਼ੁਲਮ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਇੰਟਰਨੈਸ਼ਨਲ ਪੱਧਰ 'ਤੇ ਉਭਾਰਨਾ ਚਾਹੀਦਾ, ਜਿੱਥੇ ਵੀ ਕਿਤੇ, ਚਾਹੇ ਉਹ ਅਮਰੀਕਾ 'ਚ ਹੈ, ਚਾਹੇ ਉਹ ਕ੍ਰਿਸਚਨ ਕਰਦਾ, ਚਾਹੇ ਉਹ ਹਿੰਦੂ ਕਰਦਾ, ਚਾਹੇ ਮੁਸਲਮਾਨ ਕਰਦਾ। ਸਾਨੂੰ ਇਸ ਗੱਲ ਕਰਕੇ ਚੁੱਪ ਨਹੀਂ ਰਹਿਣਾ ਚਾਹੀਦਾ ਵੀ ਸਾਡੀ ਕੋਈ ਹੈਲਪ ਕਰ ਰਿਹਾ ਤੇ ਫਿਰ ਸਾਡੀਆਂ ਧੀਆਂ ਨਾਲ ਖੇਡ ਲਵੇ। ਇਹ ਗੱਲ ਦੇ ਉੱਤੇ ਜੇ ਅਸੀਂ ਕੋਈ ਗੱਲ ਚੁੱਪ ਰਹਿੰਦੇ ਫਿਰ ਸਾਡਾ ਬੇਈਮਾਨਾ ਹੈ। ਆਖਰੀ ਸਵਾਲ ਹੈ ਮੇਰਾ, ਅਕਸਰ ਲਹਿਰ ਦੇ ਵਿੱਚ ਬਹੁਤ ਸਾਰੇ ਲੋਕ, ਜਿਹੜੇ ਤੁਸੀਂ ਸੀਗੇ, ਭਾਈ ਬਿੱਟੂ ਸੀਗੇ, ਭਾਈ ਕੁੱਕੀ ਸੀਗੇ, ਜਿਹੜੇ ਲੋਕ ਹੈ ਅੱਜ ਦੇ ਦੌਰ ਦੇ ਵਿੱਚ ਜਿਹੜੇ ਨਵੇਂ ਆ ਰਹੇ ਲੋਕ ਨੇ, ਜਿਹੜੇ ਕਹਿ ਰਹੇ ਕਿ ਅਸੀਂ ਕੌਮ ਲਈ ਲੜ ਰਹੇ ਹਾਂ, ਉਹਨਾਂ 'ਚੋਂ ਬਹੁਤ ਸਾਰੇ ਦਬੀ ਜ਼ੁਬਾਨ 'ਚ ਚਰਚਾ ਕਰਦੇ ਆ। ਤੁਹਾਨੂੰ ਸ਼ਾਇਦ ਮੇਰੀ ਗੱਲ ਇਹ ਬੁਰੀ ਵੀ ਲੱਗੇ ਅੱਜ, ਕਿ ਇਹ ਤਾਂ ਏਜੰਸੀਆਂ ਦੇ ਬੰਦੇ ਨੇ। ਤੁਹਾਡੇ ਨਾਲ ਪਹਿਲਾਂ ਵੀ ਬਹੁਤ ਵਾਰੀ ਇਹਦੇ 'ਤੇ ਚਰਚਾ ਆਫ ਕੈਮਰਾ ਮੇਰੀ ਹੋ ਚੁੱਕੀ ਹੈ ਕਿ ਤੁਹਾਡੇ 'ਤੇ ਇਹ ਦੋਸ਼ ਲਾ ਦਿੰਦੇ ਹੈ। ਈਵਨ ਇਸ ਵਾਰੀ ਜਦੋਂ ਭਾਈ ਕੁੱਕੀ ਅੰਮ੍ਰਿਤਪਾਲ ਬਾਰੇ ਬੋਲੇ ਤਾਂ ਬਹੁਤ ਸਾਰਿਆਂ ਨੇ ਉਹਨਾਂ ਨੂੰ ਵੀ ਕਹਿਤਾ ਕਿ ਇਹ ਤਾਂ ਜੀ ਸਜ਼ਾ ਮਾਫ਼ ਕਰਾ ਕੇ, ਹਾਲਾਂਕਿ ਬਾਅਦ 'ਚ ਭਾਈ ਕੁੱਕੀ ਨੇ ਕਲੀਅਰ ਕੀਤਾ ਕਿ ਮੈਂ ਕੋਈ ਮਾफ़ੀ ਨਹੀਂ ਮੰਗੀ, ਮੈਂ ਨਹੀਂ ਕਿਹਾ ਕਿ ਮੇਰੀ ਸਜ਼ਾ ਮਾਫ਼ ਕਰ ਦਿਓ। ਉਹ ਇਸ ਗੱਲ ਦੇ ਉੱਤੇ ਆਉਂਦੇ ਨੇ। ਭਾਈ ਬਿੱਟੂ ਬਾਰੇ ਵੀ ਬਹੁਤ ਕੁਛ ਇਸ ਤਰ੍ਹਾਂ ਦਾ ਬੋਲਿਆ ਜਾਂਦਾ ਕਿ ਉਹ ਦੌਰ ਹੋਰ ਸੀ, ਅੱਜ ਉਹ ਜਿਸ ਹਾਲਾਤ 'ਚ ਬੈਠੇ ਨੇ। ਇਹ ਵੀ ਸਟੇਟ ਕਰਦੀ ਹੈ ਕਿ ਤੁਹਾਡੇ ਵਰਗੇ ਲੋਕਾਂ ਨੂੰ ਇਹ ਕਹਿ ਦਿੱਤਾ ਜਾਵੇ ਵੀ ਇਹ ਏਜੰਸੀਆਂ ਦੇ ਬੰਦੇ ਹੈ। ਵੇਖੋ ਜੇ ਉਹ ਸਾਨੂੰ ਇਹ ਗੱਲ ਨਹੀਂ ਕਹਿਣਗੇ ਤਾਂ ਸਾਡੀ ਗੱਲ ਦਾ ਵਜਨ ਹੋਊਗਾ। ਸਾਡੀ ਗੱਲ ਦਾ ਵਜਨ ਰਹਿਣ ਨਹੀਂ ਦੇਣਾ ਉਹਨਾਂ ਨੇ। ਇਹ ਗੱਲ ਤਾਂ ਪੱਕੀ ਹੈ ਨਾ, ਸਾਡੀ ਗੱਲ ਦਾ ਵਜਨ ਨਹੀਂ ਰਹਿਣ ਦੇਣਾ। ਅਤੇ ਇਸੇ ਤਰ੍ਹਾਂ ਹੀ ਜਦੋਂ ਭਾਈ ਕੁੱਕੀ ਬੋਲੇ, ਭਾਈ ਕੁੱਕੀ ਬਹੁਤ ਵੈਰੀ ਇੰਟੈਲੀਜੈਂਟ ਨੇ
ਤੇ ਬਹੁਤ ਸੂਰਬੀਰ ਤੇ ਬਹਾਦਰ ਨੇ। ਉਹ ਜਿੱਥੇ ਵੀ ਰਹੇ ਨੇ ਉਹ ਆਪਣੇ ਉਹਨਾਂ ਨੇ ਫੈਸਲੇ ਖੁਦ ਲਏ, ਚਾਹੇ ਉਹ ਬਾਹਰਲੀ ਜੇਲ੍ਹ 'ਚ ਰਹੇ ਚਾਹੇ ਇੱਥੇ ਰਹੇ। ਉਹਨਾਂ ਨੇ ਪੱਗ, ਸਰਦਾਰੀ, ਪੰਜਾਬੀ ਜ਼ੁਬਾਨ ਨੂੰ ਕਾਇਮ ਰੱਖਿਆ। ਤੇ ਜਦੋਂ ਉਹਨਾਂ ਨੇ ਇਹ ਕੰਮ ਵੀ ਕੀਤਾ ਸੀ, ਉਹਨਾਂ ਨੇ ਨਾ ਤਾਂ ਕਿਸੇ ਦੇ ਕਹੇ ਤੇ ਕੀਤਾ ਤੇ ਨਾ ਕਿਸੇ ਦੇ ਕਹੇ ਤੇ ਉਹਨਾਂ ਨੇ ਛੱਡਿਆ ਆ, ਤੇ ਨਾ ਹੀ ਉਹਨਾਂ ਨੇ ਕੋਈ ਸਮਝੌਤਾ ਕਰਕੇ ਬਾਹਰ ਆਏ ਨੇ। ਇਹ ਗੱਲ ਪੱਕੀ, ਉਹਨਾਂ ਨੇ ਲੰਮਾ ਸਮਾਂ ਜੇਲ੍ਹ ਕੱਟੀ ਆ। ਇਹ ਕਹਿ ਕੌਣ ਰਿਹਾ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਵੀ ਕੁਕੀ ਕੌਣ ਆ? ਉਹ ਜਿਹੜੇ 18 ਤੋਂ 25 ਸਾਲ ਵਾਲੇ ਸਿੱਖ ਨੌਜਵਾਨ ਨੇ, ਉਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਵੀ ਇਹ ਕੌਣ ਲੋਕ ਨੇ। ਜਿਹੜੀ ਗੱਲ ਹੈਗੀ ਆ ਕਿ ਅੰਮ੍ਰਿਤਪਾਲ ਨੂੰ ਐਕਸੈਪਟ ਨਹੀਂ ਕਰ ਰਹੇ ਜਿਹੜੀਆਂ ਸਾਡੀਆਂ ਧਿਰਾਂ ਨੇ, ਉਹ ਅਸੀਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜਦੋਂ ਕੋਈ ਚੀਜ਼ ਤੱਤੀ ਲੱਗਦੀ ਹੈ ਤੇ ਫਿਰ ਬੰਦਾ ਲੱਸੀ ਨੂੰ ਵੀ ਫੂਕਾ ਮਾਰਦਾ। ਤਾਂ ਇਸ ਤਰ੍ਹਾਂ ਸਾਡੇ ਨਾਲ ਇੱਥੇ ਘਟਨਾਵਾਂ ਵਾਪਰੀਆਂ ਨੇ, ਕਈ ਮੋਰਚੇ ਲੱਗੇ, ਕਈ ਫੇਲ ਹੋਏ। ਤੇ ਜਦੋਂ ਇੱਕਦਮ ਕੋਈ ਬੰਦਾ ਆ ਕੇ ਇਸ ਤਰ੍ਹਾਂ ਉਹਨੂੰ ਐਕਸੈਪਟ ਕਰਦੀ ਹੈ ਨਾ ਕੌਮ, ਤੇ ਬਹੁਤ ਹਲਚਲ ਪੈਦਾ ਹੋ ਜਾਂਦੀ ਵੀ ਯਾਰ ਕੋਈ ਪਿਛੋਕੜ ਜਾਂ ਇਦਾਂ। ਇਹ ਈਗੋ ਦਾ ਵੀ ਸਵਾਲ ਹੈ ਕਿ ਜਿਹੜੇ ਬੰਦੇ ਲਹਿਰ ਦੇ ਵਿੱਚ ਰਹੇ, ਜਿਨ੍ਹਾਂ ਨੇ 14 ਸਾਲ 20 ਸਾਲ ਜੇਲ੍ਹਾਂ ਕੱਟੀਆਂ, ਉਹਨਾਂ ਨੂੰ ਅੱਜ ਇਹ ਲੱਗਦਾ ਹੈ ਕਿ ਇੱਕ ਨੌਜਵਾਨ ਉੱਠਿਆ ਆ ਕੇ ਉਹ ਕੌਮ ਦਾ ਕਹਿ ਰਿਹਾ ਕਿ ਮੈਂ ਲੀਡਰ ਹਾਂ, ਔਰ ਲੋਕ ਉਹਦੇ ਮਗਰ ਲੱਗ ਰਹੇ ਆ, ਔਰ ਇਹ ਲਾਲਾ ਹੋ ਗਈ, ਇਹ ਕੌਮ ਦਾ ਜਥੇਦਾਰ ਬਣ ਕੇ ਪੈਦਾ ਹੋ ਰਿਹਾ, ਔਰ ਅਸੀਂ 20 ਸਾਲ ਆਪਦੀਆਂ ਜਵਾਨੀਆਂ ਜੇਲ੍ਹਾਂ 'ਚ ਕਾਲੇ ਪਾਣੀ ਦੇ 'ਚ ਗਾਲ ਕੇ ਤੇ ਅੱਜ ਸਾਡੀ ਪੁੱਛਗਿੱਛ ਨਹੀਂ ਹੈ। ਕੀ ਇਹ ਵੀ ਇੱਕ ਫੈਕਟਰ ਹੈਗਾ? ਮੈਂ ਇਹ ਫੈਕਟਰ ਹੈਗਾ, ਮੈਂ ਇਹ ਸਾਰਿਆਂ 'ਤੇ ਹੀ ਹੋਣਾ ਹੁੰਦਾ ਤੇ ਇਹ ਹੈ ਵੀ ਆ। ਇਹਦੇ 'ਚ ਐਵੇਂ ਆ ਵੀ ਸਿਮਰਨਜੋਤ, ਤੁਸੀਂ ਸਿੱਖਾਂ ਦੇ ਵਿੱਚ ਜਾਣੇ ਪਛਾਣੇ ਚਿਹਰੇ ਹੋ। ਸਾਡੇ ਘਰ ਇੱਕ ਪ੍ਰੋਗਰਾਮ ਹੈ, ਤੁਸੀਂ ਆ ਜਾਂਦੇ ਹੋ ਤੇ ਮੈਂ ਇਗਨੋਰ ਕਰ ਦਿੰਦਾ ਵੀ ਕੌਣ ਆ ਮੱਕੜ, ਮਤਲਬ ਹੈ ਨਾ, ਤੇ ਤੁਹਾਨੂੰ ਆਟੋਮੈਟਿਕ ਹੀ ਲੱਗੂਗਾ ਵੀ ਯਾਰ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ, ਵੀ ਇਹ ਤਾਂ ਕੋਈ ਗੜਬੜ ਆ। ਵੀ ਜੇ ਗੜਬੜ ਨਾ ਹੁੰਦੀ ਤਾਂ ਮੈਨੂੰ ਇਗਨੋਰ ਕਿਉਂ ਕਰਦੇ? ਮੈਂ ਕੀ ਮਾੜਾ ਕੀਤਾ? ਮੈਂ ਇੰਨਾ ਵੱਡਾ ਸੰਘਰਸ਼ ਲੜਿਆ ਆ, ਅਕਸਰ ਤਾਂ ਅਸੀਂ ਇਹਨਾਂ ਦੇ ਬਜ਼ੁਰਗ ਹੀ ਆ ਨਾ। ਇਸ ਗੱਲ ਤੇ ਨਵੇਂ ਬੰਦਿਆਂ ਨੂੰ ਸੋਚਣਾ ਚਾਹੀਦਾ ਵੀ ਜਿੰਨੇ ਵੀ ਪੁਰਾਣੇ ਬੰਦੇ ਜਿਨ੍ਹਾਂ ਨੇ ਲੰਮਾ ਸਮਾਂ ਜੇਲ੍ਹਾਂ ਕੱਟੀਆਂ ਨੇ, ਉਹਨਾਂ ਨੂੰ ਕੁਝ ਨਹੀਂ ਚਾਹੀਦਾ। ਉਹਨਾਂ ਨੂੰ ਕੀ ਚਾਹੀਦਾ? ਸਤਿਕਾਰ ਤੇ ਪਿਆਰ। ਉਹਨਾਂ ਨੇ ਨਾ ਕੋਈ ਜਿਹੜੀ ਲਹਿਰ ਬਿਨਾਂ ਮੈਂ ਤੋਂ ਲੜੀ ਸੀ, ਅੱਜ ਫਿਰ ਮੈਂ ਕਿਉਂ ਆ ਗਈ? ਅੱਜ ਇੰਡੀਵਿਜੂਅਲਿਜ਼ਮ ਭਾਰਾ ਕਿਉਂ ਹੋ ਰਿਹਾ? ਮੈਂ ਵਾਲੀ ਗੱਲ ਨਹੀਂ ਹੈਗੀ, ਮੈਂ ਵਾਲੀ ਗੱਲ ਹੋਰ ਆ ਜੀ। ਜਿਹੜੀ ਰਿਸਪੈਕਟ ਆ ਉਹ ਮੈਂ ਗੱਲ ਦੇਖ ਹੋਰ ਰਿਹਾ ਆ। ਤਕਰੀਬਨ ਸਾਰੇ ਬੰਦੇ ਤੁਹਾਡੇ ਤੇ, ਜਿਵੇਂ ਮੈਂ ਤੁਹਾਨੂੰ ਕਿਹਾ ਦੋਸ਼ ਲੱਗੇ ਵੀ ਇਹ ਬਾਬਾ ਬਖਸ਼ੀਸ਼ ਏਜੰਸੀਆਂ ਦੇ ਬੰਦੇ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਭਾਈ ਕੁੱਕੀ ਤੇ ਲੱਗੇ ਵੀ ਇਹ ਤਾਂ ਮਾਫੀਆਂ ਮੰਗ ਲੀਆਂ, ਭਾਈ ਬਿੱਟੂ ਤੇ ਲੱਗੇ ਕਿ ਪੈਸਾ ਖਾ ਗਏ ਕੌਮ ਦਾ। ਤੁਸੀਂ ਦੇਖੋ, ਔਰ ਇਹ ਦੋਸ਼ ਫੇਸ ਕੀਤੇ ਨਾ। ਇੰਨਾ ਕੁਛ ਕਰਨ ਤੋਂ ਬਾਅਦ ਵੀ ਜਦੋਂ ਇਹ ਚੀਜ਼ਾਂ ਫੇਸ ਕਰ ਰਹੇ ਹੋ, ਔਰ ਉਹ ਸਵਾਲ ਉਹਨਾਂ ਵੱਲੋਂ ਕੀਤੇ ਜਾ ਰਹੇ ਹੈ ਜਿਨ੍ਹਾਂ ਦੀ ਉਮਰ ਸ਼ਾਇਦ ਓਨੀ ਨਹੀਂ ਜਿੰਨੀਆਂ ਜੇਲ੍ਹਾਂ ਦੇ ਵਿੱਚ ਤੁਸੀਂ ਕੱਟਿਆ ਸਮਾਂ। ਤਾਂ ਇਨਸਿਕਿਉਰਿਟੀ ਚੋਂ ਨਿਕਲ ਰਿਹਾ ਫਿਰ ਇਹ, ਜਾਂ ਉਹ ਨੌਜਵਾਨ ਜਿਹੜਾ ਉਹ ਵੈਲ ਰੈਡ ਨਹੀਂ ਔਰ ਉਹਨੂੰ ਪਤਾ ਨਹੀਂ ਕਿ ਤੁਸੀਂ ਕੀ ਕੀਤਾ? ਨਹੀਂ, ਉਹਨਾਂ ਨੂੰ ਪਤਾ ਨਹੀਂ ਹੈਗਾ ਤੇ ਇਨਸਿਕਿਉਰਿਟੀ ਨਿਕਲ ਰਿਹਾ, ਉਹਨਾਂ ਨੂੰ ਪਤਾ ਨਹੀਂ ਹੈਗਾ। ਤੇ ਸਟੇਟ ਇਹ ਹੋਣ ਦੇ ਰਹੀ ਆ, ਸਟੇਟ ਇਹ ਹੋਣ ਦੇ ਰਹੀ ਆ ਵੀ ਇਹ ਜਿਹੜੇ ਬੰਦੇ ਨੇ ਇੱਕ ਇਤਿਹਾਸ ਦੇ ਵੱਡੇ ਪਾਤਰ ਨੇ, ਤੇ ਇਹਨਾਂ ਦੀ ਗੱਲ ਨੂੰ ਇੰਨਾ ਨੀਵਾਂ ਕਰ ਦੋ ਕਿ ਬੋਲਣ ਤੇ ਆਖੋ ਯਾਰ ਇਹ ਤਾਂ ਏਜੰਸੀਆਂ ਦਾ ਬੰਦਾ ਹੈ, ਇਹਦੀ ਕੀ ਗੱਲ ਹੈ, ਜੋ ਮਰਜ਼ੀ ਬੋਲੀ ਹੈ। ਫਿਰ ਇਹ ਸਮੇਂ ਨਾਲ ਸਮਝੌਤਾ ਹੋ ਗਿਆ ਉਹਨਾਂ ਬੰਦਿਆਂ ਦਾ। ਕਿਹੜੇ ਬੰਦੇ? ਮੰਨ ਲਓ ਭਾਈ ਬਿੱਟੂ ਸੀ, ਤੁਸੀਂ ਹੋ, ਭਾਈ ਕੁੱਕੀ ਨੇ, ਹੋਰ ਬਹੁਤ ਸਾਰੇ ਲੋਕ ਨੇ ਜਿਵੇਂ ਮੈਂ ਨਾਂ ਲੈ ਰਿਹਾ, ਕਿ ਜਿਹੜੀ ਇੰਨੇ ਸਾਲ ਉਹ ਤੁਹਾਡੇ ਅੰਦਰ ਫਾਇਰ ਰਹੀ, ਇੱਕ ਵਿਜ਼ਨ ਰਿਹਾ, ਉਹ ਹੁਣ ਉਹ ਬਦਲ ਗਿਆ, ਉਹ ਤਬਦੀਲ ਹੋ ਗਿਆ, ਉਹ ਸਮੇਂ ਨਾਲ ਸਮਝੌਤਾ ਹੋ ਗਿਆ? ਨਹੀਂ, ਜਾਂ ਅਸੀਂ ਆਪਣੀ ਤਬਦੀਲੀ ਦੀ ਗੱਲ ਨਹੀਂ ਕਰ ਰਹੇ। ਤਰੀਕੇ ਬਦਲ, ਅਸੀਂ ਆਪਣੀ ਤਬਦੀਲੀ ਦੀ ਗੱਲ ਨਹੀਂ ਕਰ ਰਹੇ। ਅਸੀਂ ਸਮੇਂ ਦੇ ਹਾਣ ਦੇ ਜਿਹੜੇ ਲੋਕ ਨੇ, ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੋਈ ਨਹੀਂ ਵੀ ਇਹ ਪਾਤਰ ਕੌਣ ਨੇ, ਤਾਂ ਉਹ ਇੱਕ ਜਨਰੇਸ਼ਨ ਗੈਪ ਆ। ਅਸੀਂ ਤੀਜੀ 'ਚ ਆ ਗਏ, ਹੁਣ ਤੀਜੀ ਆ। ਤੁਸੀਂ ਹਿਸਾਬ ਲਾ ਲਓ, ਜੂਨ 1984-78 ਤੋਂ ਬਾਅਦ ਇਹ ਤੀਜੇ ਮੁੰਡੇ ਨੇ ਜਿਹੜੇ 20 ਤੋਂ 25 ਸਾਲ ਦੇ ਨੇ, ਤੀਜੀ ਜਨਰੇਸ਼ਨ 'ਚ ਆ ਗਏ ਆ। ਸਾਡੀ ਗੱਲ ਇੱਕ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਸਮਝ ਨਹੀਂ ਆਉਂਦੀ, ਉਹਨਾਂ ਨੂੰ ਆਪਣੇ ਹਾਣ ਦੀ ਗੱਲ ਸਮਝ ਆਉਂਦੀ ਆ। ਅਸੀਂ ਆਪਣੇ ਹਿਸਾਬ ਨਾਲ ਗੱਲ ਕਰਨੀ, ਕਿਉਂਕਿ ਅਸੀਂ ਉਸ ਦੌਰ ਤੋਂ ਲੰਘ ਕੇ ਆਏ ਹਾਂ ਵੀ ਜੇ ਆਹ ਗੱਲ ਕੀਤੀ ਤੇ ਸਾਡੀ ਕੌਮ ਨੂੰ ਆਹ ਨੁਕਸਾਨ ਹੋਊਗਾ, ਜੇ ਅਸੀਂ ਆਹ ਗੱਲ ਕੀਤੀ ਸਾਡੀ ਕੌਮ ਨੂੰ ਉਹ ਹੁਣ ਇਹ ਗੱਲ ਨਹੀਂ ਸੋਚ ਰਹੇ ਵੀ ਨੁਕਸਾਨ ਕੀ ਹੋਊਗਾ। ਸਮਝਦੇ ਗੱਲ ਕਿ ਨਹੀਂ? ਇਹ ਅਸੀਂ ਵੀ ਕੀਤਾ ਹੈ। ਉਹ ਤੁਹਾਡੀ ਗੱਲ ਨੂੰ ਮੰਨਣ ਨੂੰ ਤਿਆਰ ਹੈਗੇ ਆ। ਜਿਹੜਾ ਨੌਜਵਾਨ ਅੱਜ ਹਥਿਆਰ ਚੱਕ ਰਿਹਾ ਹੈ, ਜਾਂ ਜਿਹੜੇ ਅੰਮ੍ਰਿਤਪਾਲ ਦੇ ਨਾਲ ਅੱਜ ਨੌਜਵਾਨ ਨੇ ਹਥਿਆਰਾਂ ਵਾਲੇ, ਜਿਨ੍ਹਾਂ ਬਾਰੇ ਰਵਨੀਤ ਬਿੱਟੂ ਤੋਂ ਰਾਜਾ ਵੜਿੰਗ ਤੋਂ ਲੈ ਕੇ ਮਜੀਠੀਆ ਤੱਕ ਸਾਰੇ ਬੋਲ ਰਹੇ ਹੈ, ਤੁਹਾਨੂੰ ਉਹਨਾਂ ਦਾ ਫਿਊਚਰ ਫਿਰ ਕੀ ਨਜ਼ਰ ਆ ਰਿਹਾ? ਕੀ ਤੁਸੀਂ ਉਹਨਾਂ ਨੂੰ ਇਹ ਮਾਰਗਦਰਸ਼ਕ ਬਣ ਕੇ ਦੱਸਣ ਨੂੰ ਤਿਆਰ ਹੋ ਕਿ ਭਾਈ ਅਸੀਂ ਬੰਬ ਵੀ ਬਣਾ ਲਏ, ਅਸੀਂ ਹਥਿਆਰ ਵੀ ਚੱਕ ਲਏ, ਅਸੀਂ ਬੰਦੇ ਵੀ ਮਾਰ ਲਏ, ਜੇਲ੍ਹਾਂ ਵੀ ਕੱਟ ਆਏ ਆ, ਆਓ ਤੁਹਾਨੂੰ ਬਹਿ ਕੇ ਦੱਸਦੇ ਹਾਂ ਕੀ ਰਾਈਟ ਹੈ ਕੀ ਰੋਂਗ ਹੈ? ਨਹੀਂ, ਉਹ ਹੁਣ ਇਹ ਤਾਂ ਇਤਿਹਾਸ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ, ਨਾ ਅਸੀਂ ਬਦਲ ਸਕਦੇ ਹਾਂ। ਸਾਨੂੰ ਸਾਡੇ ਨਹੀਂ ਸਮਝਾ ਸਕੇ, ਅਸੀਂ ਇਹਨਾਂ ਨੂੰ ਨਹੀਂ ਸਮਝਾ ਸਕਣਾ। ਸਮੇਂ ਦਾ ਜਿਹੜਾ ਇਤਿਹਾਸ, ਜੇ ਹਕੂਮਤ ਆਪਣਾ ਪੈਟਰਨ ਚੇਂਜ ਕਰੂਗੀ, ਜੇ ਹਕੂਮਤ ਆਪਣੇ ਹਾਲਾਤ ਚੇਂਜ ਕਰੂਗੀ, ਤਾਂ ਇਹ ਨੌਜਵਾਨ ਕਾਬੂ 'ਚ ਆਉਣਗੇ। ਨਹੀਂ ਆਉਂਦੇ। ਨਹੀਂ, ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ? ਨਹੀਂ, ਤੁਸੀਂ ਭੱਜ ਰਹੇ ਹੋ ਆਪਣੀ ਜ਼ਿੰਮੇਵਾਰੀ? ਨਹੀਂ, ਸਾਡੀ ਜ਼ਿੰਮੇਵਾਰੀ ਹੈਗੀ ਆ ਇਹ 'ਚ। ਜਾਂ ਤੁਸੀਂ ਅੰਦਰੋਂ ਇਹ ਚਾਹੁੰਦੇ ਹੋ ਕਿ ਠੀਕ ਹੈ ਹਥਿਆਰ ਚੱਕ ਲੈਣੇ? ਨਹੀਂ, ਅਸੀਂ ਇਸ ਤਰ੍ਹਾਂ ਨਹੀਂ ਚਾਹੁੰਦੇ ਹੈਗੇ ਵੀ ਇਸ ਤਰ੍ਹਾਂ ਹਥਿਆਰ ਚੁੱਕੇ ਜਾਣ, ਜਾਂ ਸਟੇਟ ਨਾਲ, ਕਿਉਂਕਿ ਸਟੇਟ ਚਾਹੁੰਦੀ ਹੈ ਤੁਸੀਂ ਹਥਿਆਰ ਚੁੱਕੋ ਤਾਂ ਅਸੀਂ ਤੁਹਾਨੂੰ ਮਾਰੀਏ, ਸਟੇਟ ਚਾਹੁੰਦੀ ਆ। ਇੱਥੇ ਥੋੜਾ ਜਿਹਾ ਗੈਪ ਹੈਗਾ ਆ, ਇੱਥੇ ਥੋੜਾ ਗੈਪ। ਅੰਤ ਇਹੀ ਹੈ
ਕੀ ਸਟੇਟ ਨਾਲ ਹਥਿਆਰਾਂ ਨਾਲ, ਹਥਿਆਰਬੰਦ ਲਹਿਰ ਨਾਲ ਲੜਿਆ ਜਾ ਸਕਦਾ? ਇਸ ਗੱਲ ਤੋਂ ਕਦੀ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਲੜਿਆ ਜਾ ਸਕਦਾ, ਕਿਉਂ ਨਹੀਂ ਲੜਿਆ ਜਾ ਸਕਦਾ? ਕੱਲ ਅੰਮ੍ਰਿਤਪਾਲ ਹੋਣਾ ਦੀ ਮੈਂ ਇੰਟਰਵਿਊ ਕੀਤੀ, ਜਿਵੇਂ ਉਹਨਾਂ ਨੇ ਕਿਹਾ ਕਿ ਸਟੇਟ ਜਿੰਨੇ ਦਾ ਵਸੀਲੇ ਨਹੀਂ ਹੈ ਸਾਡੇ ਕੋਲੇ, ਸਟੇਟ ਜਿੰਨੇ ਹਥਿਆਰ ਥੋੜੀ ਹੈ। ਕਦੀ ਵੀ ਨਹੀਂ ਹੁੰਦੇ ਜੀ, ਕਦੀ ਵੀ ਨਹੀਂ। ਤਾਂ ਫਿਰ ਜੇ ਨਹੀਂ ਹੈ, ਜੇ ਉਸ ਵਸੀਲੇ ਨਾਲ ਨਹੀਂ ਲੜਿਆ ਜਾ ਸਕਦਾ, ਟੇਬਲ ਟਾਕ ਤੇ ਗੱਲ ਮੁੱਕਣੀ ਹੈ, ਡਿਪਲੋਮੈਟਿਕਲੀ ਗੱਲਾਂ ਹੋਣੀਆਂ ਨੇ, ਤਾਂ ਫਿਰ ਉਹ ਰਾਹ ਕਿਉਂ ਨਹੀਂ ਅਪਣਾਉਂਦੀ? ਤੇ ਸਟੇਟ ਗੱਲ ਸੁਣਦੀ ਕਿਹਦੀ ਹੈ ਜੀ? 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅਜੇ ਤੱਕ ਮੋਰਚਿਆਂ 'ਚ ਬਹਿ ਕੇ ਲੜੀ ਜਾਂਦੇ, ਸਟੇਟ ਸੁਣਦੀ ਹੈ ਕਿਤੇ? ਜਦੋਂ ਨਹੀਂ ਸਟੇਟ ਸੁਣਦੀ ਤਾਂ ਫਿਰ ਲੋਕਾਂ ਨੇ ਕਿਸਾਨ ਅੰਦੋਲਨ ਹੋਇਆ, ਤੁਸੀਂ ਐਗਜ਼ਾਮਪਲ ਸੈੱਟ ਕੀਤੀ ਹੈ। ਕਿਸਾਨ ਅੰਦੋਲਨ ਦੀਆਂ ਜਿਹੜੀਆਂ ਇੱਕ ਵੀ ਬੰਦਾ ਤੁਸੀਂ ਮਾਰਿਆ ਥੋੜੀ ਹੈ ਜਾ ਕੇ। ਕਿਸਾਨ ਅੰਦੋਲਨ ਸਟੇਟ ਦੇ ਇਸ ਤਰ੍ਹਾਂ ਸਟੇਟ ਨਾਲ ਕੋਈ ਰੌਲਾ ਨਹੀਂ। ਉਹ ਤੇ ਕਹਿੰਦੇ ਨੇ ਉੱਥੇ ਜਾ ਕੇ ਤੇ ਉਹਨਾਂ ਨੇ ਕਿਹਾ ਸਿੱਖੀ ਨਾਲ ਸਾਡਾ ਗੱਲ ਹੀ ਕੋਈ ਨਹੀਂ। ਸਿੱਖਾਂ ਦਾ ਜਿਹੜਾ ਦਿੱਲੀ ਦਾ ਰੌਲਾ, ਕਿਸਾਨ ਦਾ ਥੋੜਾ। ਇੱਕ ਗੱਲ ਹੈਗੀ ਆ ਸਿਰਫ ਫਾਈਨੈਂਸ਼ੀਅਲ ਨੂੰ ਲੈ ਕੇ, ਇੱਕ ਗੱਲ ਇਹ ਧਰਮ ਦੇ ਤੌਰ ਤੇ, ਬੋਲੀ ਦੇ ਤੌਰ ਤੇ, ਸੱਭਿਆਚਾਰ ਦੇ ਤੌਰ ਤੇ, ਗੁਰੂ ਗ੍ਰੰਥ ਸਾਹਿਬ ਦੇ ਤੌਰ, ਬੜੀਆਂ ਗੱਲਾਂ ਨੇ। ਸਾਡੇ ਨਿਸ਼ਾਨ ਨੂੰ ਟਾਰਗੇਟ ਕੀਤਾ, ਕੜਿਆਂ ਨੂੰ, ਪੱਗਾਂ ਨੂੰ, ਸਾਰੀਆਂ ਚੀਜ਼ਾਂ ਨੂੰ ਟਾਰਗੇਟ ਕਰ ਰਹੀ ਹੈ। ਉੱਥੇ ਕਿਸਾਨਾਂ ਨੂੰ ਇਸ ਗੱਲ ਲਈ ਥੋੜਾ ਟਾਰਗੇਟ ਕੀਤਾ ਜਾਂਦਾ ਸੀ। ਉਹ ਤੇ ਇੱਕ ਗੱਲ ਨੂੰ ਉਹਨਾਂ ਦੀ ਨਾਰਾਜ਼ਗੀ ਆ ਵੀ ਸਟੇਟ ਨੇ ਸਾਡੇ ਆ ਕਾਨੂੰਨ ਗਲਤ ਲਾਗੂ ਕਰ ਦਿੱਤੇ ਨੇ, ਨਾਰਾਜ਼ਗੀ ਆ। ਉਹ ਇਹ ਥੋੜਾ ਚਾਹੁੰਦੇ ਨਹੀਂ ਵੱਖ ਹੋਣਾ ਚਾਹੁੰਦੇ ਆ ਸਟੇਟ ਨਾਲੋਂ। ਸਾਡਾ ਤੇ ਰੌਲਾ ਹੀ ਇਹ ਪੈ ਗਿਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਵੀ ਅਸੀਂ ਵੱਖਰੇ ਹੋਣੇ ਚਾਹੁੰਦੇ, ਨਹੀਂ ਤੁਹਾਡੇ ਨਾਲ ਰਹਿਣਾ ਹੈਗਾ, ਸਾਡੇ ਤੋਂ ਹੀ ਗੱਲ ਨਹੀਂ ਸੁਣਦੇ। ਔਰ ਜੇ ਤੁਸੀਂ ਮੰਨ ਲਓ ਵੀ ਤੁਹਾਡਾ ਕਿਤੇ ਨੁਕਸਾਨ ਹੋ ਗਿਆ, ਤੁਸੀਂ ਜੱਦੋ ਜਹਿਦ ਕਰਨੀ ਥੋੜਾ ਛੱਡ ਦੋਗੇ। ਤੁਹਾਨੂੰ ਕੀ ਲੱਗਦਾ ਵੀ ਬੱਬਰ ਅਕਾਲੀ ਲਹਿਰ ਦੇ ਚੱਲਣ ਵਾਲਾ ਅੰਗਰੇਜ਼ ਗਏ ਨੇ? ਮਾਹਿਰ ਮੰਨਦੇ ਨੇ ਵੀ ਨਹੀਂ, ਇੱਦਾਂ ਨਹੀਂ ਗਏ, ਉਹ ਆਪ ਛੱਡ ਕੇ ਗਏ ਨੇ। ਪਰ ਇਹਦਾ ਮਤਲਬ ਇਹ ਥੋੜਾ ਵੀ ਉਹਨਾਂ ਸ਼ਹੀਦਾਂ ਨੇ ਜਿਹੜੀ ਬਾਬੀ ਗਦਰੀ ਬਾਬਿਆਂ ਨੇ ਕੀਤੀ ਹੈ, ਭਗਤ ਸਿੰਘ ਨੇ ਕੀਤੀ ਹੈ, ਸਰਾਭੇ ਨੇ ਕੀਤੀ ਹੈ, ਵੀ ਉਹਨੂੰ ਤੁਸੀਂ ਕਿਸੇ ਮਿੱਟੀ 'ਚ ਰੋਲ ਦੋਗੇ। ਇਤਿਹਾਸ ਨੇ ਐਵੇਂ ਇੱਕ ਲੜੀ ਇੱਦਾਂ ਚੱਲਦੀ ਰਹਿਣੀ ਹੈ। ਬੰਦਿਆਂ ਨੇ ਬਾਗੀ ਹੋਣਾ ਹੀ ਹੁੰਦਾ, ਜੇ ਸਟੇਟ ਚਾਹੇ ਤੇ ਬੰਦੇ ਬਾਗੀ ਨਹੀਂ ਹੁੰਦੇ। ਸਟੇਟ ਖੁਦ ਇਹ ਕਰ ਰਹੀ ਆ, ਸਟੇਟ ਗੱਲ ਨਹੀਂ ਸੁਣ ਰਹੀ। ਮੈਂ ਫੇਰ ਉੱਥੇ ਹੀ ਆ ਜਾਣਾ, ਪ੍ਰੇਮੀ ਦਾ ਕਤਲ ਨਹੀਂ ਸੀ ਹੁੰਦਾ ਜੇ ਸਟੇਟ ਗੱਲ ਸੁਣਦੀ। ਤਾਂ ਪ੍ਰੇਮੀ ਨੂੰ ਬਚਾ ਸਕਦੀ ਸੀ, ਜਿਹੜਾ ਸੂਰੀ ਦਾ ਕਤਲ ਹੋਇਆ ਉਹਨੂੰ ਉਹ ਬਚਾ ਸਕਦੀ ਸੀ, ਉਹਨੂੰ ਉਹ ਕਹਿ ਸਕਦੀ ਸੀ ਵੀ ਅੱਜ ਵੀ ਇਹ ਕਹਿੰਦੇ ਨੇ ਵੀ ਹੇਟ ਸਪੀਚ ਦੇ ਉੱਤੇ ਅਸੀਂ ਜਿਹੜਾ ਆ ਰੋਕ ਲਾਵਾਂਗੇ। ਪਹਿਲਾਂ ਕਿਉਂ ਨਹੀਂ ਲਾਈ? ਹੁਣ ਬੰਦੇ ਮਰਵਾ ਕੇ ਹੇਟ ਸਪੀਚ ਤੇ ਰੋਕ ਲਾਉਣ ਲੱਗੇ। ਹੇਟ ਸਪੀਚ ਕਿਹਦੀ ਹੋਣੀ ਆ? ਸਾਡੀ ਹੋਣੀ ਆ, ਸਾਡੇ ਤੇ ਕੇਸ ਰਜਿਸਟਰਡ ਹੋਣੇ ਨੇ, ਇਹ ਗੱਲ ਪੱਕੀ ਆ। ਜਦੋਂ ਸਾਡਾ ਮੁੰਡਾ ਮਰਦਾ ਆ, ਮੈਂ ਹੁਣ ਥੋੜਾ ਜਿਹਾ ਸੌਰੀ ਭਾਵਕ ਹੋ ਗਿਆ, ਸਾਡਾ ਮੁੰਡਾ ਮਰਦਾ ਹੈ ਮੂਸੇ ਵਾਲਾ, ਉਦੋਂ ਸਟੇਟ ਨੂੰ ਇੰਨੀ ਫਿਕਰ ਕਿਉਂ ਨਹੀਂ ਪਈ ਹੈਗੀ? ਨੰਗਲ ਅੰਬੀਆਂ ਸਾਡਾ ਮੁੰਡਾ ਮਰਦਾ, ਉਦੋਂ ਸਟੇਟ ਨੂੰ ਕਿਉਂ ਇੰਨੀ ਫਿਕਰ ਨਹੀਂ ਪਈ? ਅੱਜ ਸੂਰੀ ਦੇ ਮਰਨ ਨਾਲ ਲੋਕਾਂ ਦੇ ਲਾਇਸੈਂਸ ਵੀ ਚੱਕ ਹੋ ਗਏ, ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਵੀ ਹੋ ਗਈਆਂ, ਕਿਉਂ? ਫਿਰ ਇੱਥੇ ਸਾਨੂੰ ਲੱਗਦਾ ਵੀ ਬਹੁ ਗਿਣਤੀ ਇੱਕ ਪਾਸੇ ਆ ਤੇ ਸਾਡੀ ਇੱਥੇ ਵੈਲਿਊ ਹੈ ਨਹੀਂ। ਕਿਵੇਂ ਉਹਦੇ ਮਾਤਾ ਪਿਤਾ ਰੋ ਕੇ ਕਹਿੰਦੇ ਨੇ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਇਹ ਗੱਲ ਤਾਂ ਜੇ ਅੱਜ ਸਿੱਧੂ ਮੂਸੇਵਾਲੇ ਦੇ ਫਾਦਰ ਕੋਲ ਕੋਈ ਪਾਵਰ ਹੋਵੇ ਤਾਂ ਉਹ ਇਹ ਗੱਲ ਫੌਜੀ ਆ ਉਹ ਬਰਦਾਸ਼ਤ ਨਹੀਂ ਕਰੂਗਾ, ਕਿਉਂਕਿ ਉਹਦੇ ਕੋਲ ਉਹ ਸੋਰਸ ਨਹੀਂ ਹੈਗੇ। ਉਹਦਾ ਇੱਕੋ ਇੱਕ ਬੇਟਾ ਜਵਾਨ ਮਾਰ ਦਿੱਤਾ ਗਿਆ। ਜੇ ਉਹਨੂੰ ਤੁਸੀਂ ਇਕੱਲੇ ਕਿਤੇ ਪੁੱਛੋ ਵੀ ਤੂੰ ਕੀ ਕਰਨਾ ਚਾਹੁੰਦਾ, ਠੀਕ ਹੈ ਜੀ, ਜਿੱਦਾਂ ਉਹ ਮੁੰਡਿਆਂ ਦੇ ਕਤਲ ਦੇ ਉੱਤੇ ਜਾ ਕੇ ਉਹਨੇ ਕਿਹਾ ਸੀ ਵੀ ਭਾਵੇਂ ਇਹ ਗੱਲ ਹੋ ਗਈ ਹੈ ਮੈਨੂੰ ਥੋੜਾ ਇਨਸਾਫ ਮਿਲਿਆ, ਉਹ ਉੱਥੇ ਵੀ ਉਹਦੀ ਸੰਤੁਸ਼ਟੀ ਨਹੀਂ ਹੋਈ। ਸੋ ਇਸ ਤਰ੍ਹਾਂ ਜਦੋਂ ਸਾਡੇ ਨਾਲ ਇਹ ਕੁਝ ਵਾਪਰ ਗਿਆ ਤਾਂ ਸੰਤੁਸ਼ਟੀ ਇੱਦਾਂ ਨਹੀਂ ਹੁੰਦੀ। ਸਰਕਾਰ ਨੇ ਸੰਤੁਸ਼ਟ ਕਰਨਾ ਸੀਗਾ ਉਹਦੇ ਮਾਤਾ ਪਿਤਾ ਨੂੰ ਵੀ ਇਸ ਗੱਲ ਕਰਕੇ ਤੇਰੇ ਬੇਟੇ ਦਾ ਕਤਲ ਹੋਇਆ। ਸਿੱਧੂ ਦਾ ਕਤਲ ਤੁਹਾਡੇ ਮੁਤਾਬਕ ਨਿੱਜੀ ਲੜਾਈ ਤੱਕ ਸੀਮਤ ਨਹੀਂ ਹੈ? ਬਿਲਕੁਲ ਵੀ ਨਹੀਂ। ਨਿੱਜੀ ਲੜਾਈ ਤੁਸੀਂ ਕਿਵੇਂ ਸੋਚ ਸਕਦੇ ਹੋ ਜੀ? ਨਿੱਜੀ ਲੜਾਈ ਦੇ ਕਤਲ ਕਿੰਨੇ ਕਲਾਕਾਰ ਨੇ ਤੇ ਕਿੰਨਾ ਕੁਝ ਹੋ ਰਿਹਾ। ਇਦਾਂ ਹੁੰਦਾ ਸਿੱਧੂ ਨੂੰ ਮਰਨ ਦਿੱਤਾ ਸਟੇਟ ਨੇ। ਸਿੱਧੂ ਨੂੰ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ, ਮੈਂ ਫਿਰ ਉੱਥੇ ਆ ਜਾਣਾ, ਏਜੰਸੀ ਐ ਕੰਮ ਕਰਦੀ ਆ। ਸਿੱਧੂ ਨੂੰ ਮਰਨ ਦਿੱਤਾ ਸਟੇਟ ਨੇ। ਸਟੇਟ ਨੂੰ ਪਤਾ ਸੀ ਸਿੱਧੂ ਦਾ ਕਤਲ ਹੋਣਾ ਆ, ਤਾਂ ਹੀ ਉਹਨੂੰ ਗਨਮੈਨ ਦਿੱਤੇ ਹਨ। ਫਿਰ ਉਹਦੀ ਸਿਕਿਉਰਿਟੀ ਲੀਕ ਕਿਵੇਂ ਕੀਤੀ? ਠੀਕ ਹੈ ਜੀ। ਅੱਜ ਜਿਵੇਂ ਹੁਣ ਜੈਕਟਾਂ ਦੇ ਕੇ ਉਹਦੇ ਘਰ ਜਾ ਕੇ ਕੈਮਰੇ ਤੇ ਪਾਣ ਡੇ ਆ ਵੀ ਇਹ ਬੰਦੇ ਨੂੰ ਜੈਕਟ ਦੇਤੀ ਹੈ, ਹੁਣ ਫਿਰ ਉਹਦੀ ਜੈਕਟ ਦਾ ਪ੍ਰਬੰਧ ਕਰਕੇ ਕੋਈ ਜਾਊਗਾ? ਇੱਕ ਸੋਚ, ਸਟੇਟ ਬੰਦਿਆਂ ਨੂੰ ਸਿਕਿਉਰਿਟੀ ਉਹਨਾਂ ਦੀ ਲੀਕ ਕਰ ਰਹੀ ਆ। ਵੇਖੋ, ਮੈਂ ਕਿਸੇ ਨੂੰ ਇੱਦਾਂ ਟਾਰਗੇਟ ਨਹੀਂ ਕਰਦਾ, ਮੇਰੇ ਕਹਿਣ ਦਾ ਤੁਸੀਂ ਮਤਲਬ ਸਮਝ ਸਕਦੇ ਹੋ। ਜੇ ਤੁਹਾਨੂੰ ਕੋਈ ਚੀਜ਼ ਦੇਣੀ ਆ ਉਹਨਾਂ ਨੇ ਵੀ ਮੱਕੜ ਸਾਹਿਬ ਆ ਇੱਕ ਜੈਕਟ ਆ ਜਿਸ 'ਚ ਤੁਹਾਨੂੰ ਗੋਲੀ ਨਹੀਂ ਵੱਜੂਗੀ, ਤੇ ਸਾਰੀ ਦੁਨੀਆ ਦੇ ਉੱਤੇ ਕੈਮਰੇ 'ਚ ਲਿਆ ਕੇ ਦੇਣੀ ਆ, ਤੇ ਫਿਰ ਉਸ ਜੈਕਟ ਦਾ ਵੀ ਕੋਈ ਪ੍ਰਬੰਧ ਕਰਕੇ ਹੀ ਆਊਗਾ। ਸੋ ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਨਾਲ ਹੋਇਆ, ਇਸੇ ਤਰ੍ਹਾਂ ਉਹਦਾ ਕਤਲ ਹੋਣ ਦਿੱਤਾ ਗਿਆ ਆ। ਇਹ ਗੱਲ ਮਤਲਬ ਦਾਅਵਾ ਹੈ ਮੇਰਾ ਵੀ ਉਹਦਾ ਕਤਲ ਹੋਣ ਦਿੱਤਾ ਗਿਆ। ਜੇ ਸਟੇਟ ਚਾਹੁੰਦੀ, ਆਪਣੇ ਬੰਦਿਆਂ ਨੂੰ ਸਟੇਟ ਕਿਵੇਂ ਬਚਾਉਂਦੀ ਆ? ਹੁਣ ਤੱਕ ਸੈਣੀ ਨੂੰ ਕਿਵੇਂ ਬਚਾ ਲਿਆ? ਹੁਣ ਤੱਕ ਹੋਰ ਕਿੰਨੇ KPS ਗਿੱਲ ਨੂੰ ਕਿਵੇਂ ਬਚਾ ਲਿਆ? ਹੁਣ ਤੱਕ ਕਿੰਨੇ ਬੰਦੇ ਨੇ ਜਿਹੜੇ ਦੋਸ਼ੀ ਨੇ ਸਿੱਖਾਂ ਦੇ, ਕਿਵੇਂ ਉਹਨਾਂ ਨੂੰ Z+ ਸਿਕਿਉਰਿਟੀਆਂ ਦਿੱਤੀਆਂ ਹੋਈਆਂ ਨੇ? ਕਿਵੇਂ ਉਹਨਾਂ ਨੂੰ ਬਚਾਉਂਦੀ ਆ? ਕਿਵੇਂ ਉਹਨਾਂ ਦੇ ਪ੍ਰੋਗਰਾਮ ਕਰਾ ਰਹੀ ਆ? ਤੇ ਕਿਵੇਂ ਉਹਨਾਂ ਦੇ ਇੱਟਾਂ ਨੂੰ ਵੀ ਸਿਕਿਉਰਿਟੀਆਂ ਦੇ ਰਹੀ ਆ ਗੌਰਮੈਂਟ? ਜਿੱਥੇ ਸਾਡੀ ਸਿੱਖਾਂ ਦੇ ਬੰਦੇ ਦੀ ਕਤਲ ਹੁੰਦਾ, ਉੱਥੇ ਤੱਕ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। 2 ਘੰਟੇ ਪੰਜਾਬ ਦੇ ਵਿੱਚ ਕਿਤੇ ਨਾਕਾ ਨਹੀਂ ਲੱਗਦਾ ਜੀ, ਬੰਦੇ ਭੱਜ ਜਾਂਦੇ ਆ ਬੰਦਾ ਮਾਰ ਕੇ। ਤੇ ਅੱਜ ਜਦੋਂ ਤੁਹਾਡੇ ਬੰਦੇ ਦਾ ਕਤਲ ਹੁੰਦਾ, ਇਹ ਇੱਥੇ ਫਰਕ ਪੈਂਦਾ। ਅਸੀਂ ਕਹਿੰਦੇ ਆ ਵੀ ਸਾਡੇ ਤੁਹਾਡੇ 'ਚ ਫਰਕ ਹੋ ਗਿਆ। ਤੁਸੀਂ ਆਪਣੇ ਬੰਦਿਆਂ ਲਈ ਬਹੁਤ ਸਿਹਰਦ ਹੋ। ਕਿਵੇਂ ਪੰਜਾਬ 'ਚ ਤਰਥੱਲੀ ਮਚਾਤੀ, ਫੇਸਬੁੱਕਾਂ ਤੋਂ ਲਾ ਦਿਓ, ਗਾਣੇ ਬੈਨ ਕਰ ਦਿਓ ਜੀ। ਤੁਸੀਂ ਤੁਹਾਡੇ ਮਹਾਭਾਰਤ ਨੇ
ਕੀ ਮਤਲਬ ਉਂਗਲਾਂ ਨਾਲ ਲੜਦੇ ਹੋ ਉੱਥੇ ਤੁਸੀਂ? ਕਿਵੇਂ ਉੱਥੇ ਚੱਕਰ ਵੀ ਤੁਹਾਡੇ ਚੱਲਦੇ ਨੇ, ਤਲਵਾਰਾਂ ਚੱਲਦੀਆਂ ਨੇ, ਤੇ ਜੇ ਉੱਥੇ ਤੋਪਾਂ ਹੁੰਦੀਆਂ ਤਾਂ ਤੋਪਾਂ ਵੀ ਚੱਲਦੀਆਂ, ਜੇ ਉੱਥੇ ਗੰਨਾਂ ਹੁੰਦੀਆਂ ਗੰਨਾਂ ਵੀ ਚੱਲਦੀਆਂ। ਹਿਸਟਰੀ ਦੇ ਵਿੱਚ ਤੁਸੀਂ ਸਾਰਾ ਕੁਝ ਦਿਖਾਉਣਾ ਚਾਹੁੰਦੇ ਹੋ। ਜੇ ਕੋਈ ਗਾਇਕ ਉਸ ਚੀਜ਼ ਨੂੰ ਲੈ ਕੇ ਆਉਂਦਾ, ਤੁਸੀਂ ਕਹਿੰਦੇ ਵੀ ਇਹ ਗਨ ਕਲਚਰ ਆ, ਵੀ ਗਨ ਕਲਚਰ ਦੀ ਭੇਟ ਚੜਿਆ ਸਿੱਧੂ। ਇਹ ਗੱਲ ਬਿਲਕੁਲ ਰੌਂਗ ਆ। ਕੋਈ ਗਨ ਏਡੀ ਹਸਤੀ ਨਹੀਂ ਹੁੰਦੀ ਕਿ ਗਨ ਕਲਚਰ ਦੀ ਭੇਟ ਕੋਈ ਚੜ ਗਿਆ। ਥੋੜਾ ਬੜਾ ਅਸਰ ਜ਼ਰੂਰ ਨੌਜਵਾਨਾਂ ਤੇ ਪੈਂਦਾ, ਪਰ ਤੁਸੀਂ ਇਹ ਕਹੋ ਹੁਣ ਮੰਨ ਲਓ ਵੀ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਹੋਇਆ ਆ, ਉੱਥੇ ਇੱਕ ਵੱਡੀ ਮੂਵਮੈਂਟ ਉਸ ਤੋਂ ਬਾਅਦ ਚੱਲੀ, ਹਥਿਆਰਾਂ ਨਾਲ ਚੱਲੀ ਆ। ਕੱਲ ਨੂੰ ਉਹਦੇ ਉੱਤੇ ਕੋਈ ਵੀਡੀਓ ਬਣਾਊਗਾ, ਤੂਫਾਨ ਸਿੰਘ ਫਿਲਮ ਬਣੀ ਹੈ, ਫਿਰ ਵੀ ਇੱਦਾਂ ਐਂ ਕਰਕੇ ਮਾਰਨਗੇ। ਕੀ ਕਰਨਗੇ ਫਿਰ? ਜਿਹੜਾ ਸਮਾਜ 'ਚ ਵਰਤਾਰਾ ਚੱਲ ਰਿਹਾ, ਗੀਤਾਂ ਨੇ, ਗਾਇਕਾਂ ਨੇ, ਲੋਕਾਂ ਨੇ, ਸਾਹਿਤਕਾਰਾਂ ਨੇ ਉਹ ਚੀਜ਼ ਸਿਰਜਣੀ ਹੁੰਦੀ ਆ। ਇਹ ਅੱਜ ਹੀ ਕਿਉਂ ਹੋਇਆ ਜਦੋਂ ਇਸ ਸਟੇਟ ਦੇ ਬਹੁ ਗਿਣਤੀ ਬੰਦੇ ਦਾ ਕਤਲ ਹੁੰਦਾ? ਅੱਜ ਜਦੋਂ ਸਾਡੇ 2 ਬੰਦੇ ਜਿਹੜੇ ਦੋਨੋਂ ਹੀ ਉਹ ਬੰਦੇ ਸੀਗੇ, ਮਤਲਬ ਤੁਸੀਂ ਇਹਨਾਂ ਨੂੰ ਸੋਚ ਵੀ ਨਹੀਂ ਸਕਦੇ ਜੀ। ਜਿੰਨੀ ਵੀ 50 ਮੁਲਕਾਂ ਦੇ ਵਿੱਚ ਜਿੱਥੇ ਸਿੱਖੀ ਨਹੀਂ, ਪੰਜਾਬੀ ਦਾ ਵੀ ਪਤਾ ਹੈ ਨਹੀਂ, ਉੱਥੇ ਵੀ ਸਿੱਧੂ ਮੂਸੇਵਾਲੇ ਦਾ ਨਾਂ ਚੱਲਿਆ ਜੀ। ਸਾਨੂੰ ਮਾਣ ਰਹੂਗਾ ਉੱਤੇ। ਉਹਦੇ ਇੱਕ ਲਫ਼ਜ਼ ਨੇ ਭਾਈ ਜਟਾਣੇ ਦੇ ਪਰਿਵਾਰ ਨੂੰ ਦੁਬਾਰੇ ਕੌਮ ਦੇ ਸਾਹਮਣੇ ਲਿਆ ਕੇ ਖੜਾ ਕਰਤਾ, ਤੇ SGP ਨੂੰ ਨੌਕਰੀ ਦੇਣੀ ਪਈ, ਤੇ ਉਹਨਾਂ ਦਾ ਅਜਾਇਬ ਘਰ ਦੇ ਵਿੱਚ ਤਸਵੀਰਾਂ ਤੱਕ ਲੱਗ ਗਈਆਂ। ਇਹ ਸਿੱਧੂ ਦੀ ਆਵਾਜ਼ ਸੀ ਜਿਹਨੂੰ ਮਰਨ ਦਿੱਤਾ ਗਿਆ ਜੀ, ਤੇ ਉਹਦੇ ਮਰਨ ਤੇ ਸਟੇਟ ਦਾ ਰਿਐਕਟ ਹੀ ਕੋਈ ਨਹੀਂ। ਇਹ ਤੇ ਭੰਗੜਾ ਪਾਉਂਦੇ ਫਿਰਦੇ ਹਨ ਸਟੇਟ ਤਾਂ। ਅੱਜ ਇਹਨਾਂ ਨੂੰ ਕਿਵੇਂ ਇੱਕਦਮ ਸਾਰਾ ਕੁਝ ਕਿਰਪਾਨਾਂ ਇਕੱਠੀਆਂ ਕਰ ਲਓ, ਲੋਕਾਂ ਦੇ ਲਾਇਸੈਂਸ ਇੰਜ ਕਰ ਲਓ। ਇਹ ਫਰਕ ਆ, ਇਸੇ ਕਰਕੇ ਹੀ ਵਾਇਲੈਂਸ ਹੁੰਦਾ ਹੈ। ਬਹੁਤ ਧੰਨਵਾਦ, ਤੁਸੀਂ ਸਟੂਡੀਓ ਆਏ, ਸਮਾਂ ਦਿੱਤਾ ਸਾਨੂੰ। ਬਹੁਤ ਧੰਨਵਾਦ ਜੀ। ਬੜੀ ਤਫਸੀਲ ਦੇ ਵਿੱਚ ਬਾਬਾ ਬਖਸ਼ੀਸ਼ ਹੋਣਾ ਨਾਲ ਇਹ ਗੱਲਬਾਤ ਹੋਈ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਊਗੀ। ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਲਿਖ ਭੇਜਣਾ। ਧੰਨਵਾਦ।